ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸਰ ਬਰਮਾ ਦੇਵੀ, ਸੋਹਣ ਸਦਾ ਸਵਾਰੇ। ਗਾਵੈ ਚਿਤ ਗੁਪਤ ਲਿਖ ਜਾਣੈ, ਲਿਖ ਲਿਖ ਧਰਮ ਵਿਚਾਰੇ। ਗਾਵੈ ਈਸਰ ਬਰਮਾ ਦੇਵੀ, ਸੋਹਣ ਸਦਾ ਸਵਾਰੇ। ਗਾਵੈ ਇੰਦ ਇਦਾਸਣ ਬੈਠੇ, ਦੇਵ ਆਦਰ ਨਾਲੇ। ਗਾਵੈ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ, ਗਾਵੈ ਵੀਰ ਕਰਾਰੇ। ਗਾਵਨ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਗਾਵੈ ਮੋਹਣੀਆਂ ਮਨ ਮੋਹਨ, ਸੁਰਗਾ ਮੱਛ ਪਿਆਲੇ। ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ, ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਸਈ ਤੁਧਨੋ ਗਾਵੈ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੀਤੇ ਗਾਵਨ, ਸੇ ਮੈਂ ਚਿਤ ਨ ਆਵਨ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ। ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ। ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ। ਜਿਵ ਜਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ। ਹੁਕਮ ਨਾ ਕਰਣਾ ਜਾਈ, ਸੋ ਪਾਤਿਸਾਹੋ ਸਾਹਾ ਪਾਤ ਸਾਹਿਬ। ਨਾਨਕ ਰਹਿਣ ਰਜਾਈ, ਜੋ ਤਿਸ ਭਾਵੈ ਸੋਈ ਕਰਸੀ। ਹੁਕਮ ਨਾ ਕਰਣਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ। ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ ਨੇ ਸੁਭਾਗਾਂ ਭਰਿਆ ਸਮਾਂ ਬਖਸ਼ਿਸ਼ ਕੀਤਾ। ਹੁਣੇ ਹੁਣੇ ਅਸਾਂ ਨੇ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਇਲਾਹੀ ਰੱਬੀ ਬਾਣੀ ਦੀ 27ਵੀਂ ਪੌੜੀ ਨੂੰ ਸ਼੍ਰਵਣ ਕੀਤਾ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਵੇਲੇ ਇਸ ਸ੍ਰਿਸ਼ਟੀ ਦੇ ਉੱਤੇ ਪ੍ਰਕਾਸ਼ਮਾਨ ਹੁੰਦੇ ਹਨ, ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਸਭ ਤੋਂ ਪਹਿਲਾਂ ਦੌਲਤਾਂ ਦਾਈ ਨੇ ਦਰਸ਼ਨ ਕੀਤੇ। ਦੌਲਤਾਂ ਦਾਈ ਦੇ ਅੰਦਰੋਂ ਹਨੇਰਾ ਦੂਰ ਹੋਇਆ ਤੇ ਪ੍ਰਕਾਸ਼ ਹੋਇਆ। ਦੌਲਤਾਂ ਦਾਈ ਦੀ ਸੁੱਤੀ ਹੋਈ ਚੇਤਨਾ ਜਾਗਰਤ ਹੋ ਗਈ ਤੇ ਜੋ ਵੀ ਧਰਮ ਦੇ ਜਿਤਨੇ ਵੀ ਕਾਰਜ ਹਨ, ਜੋ ਵੀ ਧਰਮ ਦੇ ਕਰਮ ਹਨ, ਇਹਨਾਂ ਦਾ ਮੁੱਖ ਕਾਰਨ, ਮੁੱਖ ਕੌਜ਼ ਸਿਰਫ ਇੱਕ ਹੈ ਕਿ ਅਸੀਂ ਅੰਦਰੋਂ ਸੁੱਤੇ ਹੋਏ ਹਾਂ, ਜਾਗ ਪਈਏ। ਭਾਵੇਂ ਨਿਤਨੇਮ ਹੋਵੇ, ਭਾਵੇਂ ਕੀਰਤਨ ਕਰਨਾ, ਕੀਰਤਨ ਸ਼੍ਰਵਣ ਕਰਨਾ, ਭਾਵੇਂ ਕਥਾ ਕਰਨੀ, ਭਾਵੇਂ ਕਥਾ ਸ਼੍ਰਵਣ ਕਰਨੀ, ਭਾਵੇਂ ਅਸੀਂ ਸਿਮਰਨ ਵਿੱਚ ਜੁੜੇ ਹਾਂ, ਮਕਸਦ ਸਿਰਫ ਇੱਕ ਹੈ, ਗਿਆਨ ਅਰਜਿਤ ਕਰਨਾ
ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਨਹੀਂ ਸਿਖਾਇਆ। ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਜਿਸ ਗਿਆਨ ਦੇ ਨਾਲ ਰੱਬ ਦੇ ਘਰ ਦੀ ਪ੍ਰਾਪਤੀ ਨਹੀਂ ਹੁੰਦੀ, ਉਸ ਗਿਆਨ ਦਾ ਲਾਹਾ ਕੋਈ ਨਹੀਂ। ਜਿਵੇਂ ਖੋਤੇ ਦੇ ਸਿਰ ਦੇ ਉੱਤੇ ਭਾਵੇਂ ਤੂੰ ਧਾਰਮਿਕ ਗ੍ਰੰਥ ਰੱਖ ਦੇ, ਸਿਆਣੀਆਂ ਸੂਝ ਸਮਝ ਵਾਲੀਆਂ ਕਿਤਾਬਾਂ ਰੱਖ ਦੇ, ਤੇ ਖੋਤੇ ਨੂੰ ਪੁੱਛ ਬਣ ਗਿਆ ਬ੍ਰਹਮ ਗਿਆਨੀ। ਤੇ ਕਹਿੰਦੇ ਨੇ ਖੋਤੇ ਨੇ ਅੱਗੋਂ ਇਹੀ ਕਹਿਣਾ ਕਿ ਮੇਰੇ ਤੇ ਸਿਰ ਤੇ ਭਾਰ ਪਿਆ, ਗਿਆਨ ਕਿਤਾਬਾਂ ਦੇ ਵਿੱਚ ਲਿਖਿਆ, ਮੇਰੇ ਅੰਦਰ ਨਹੀਂ ਲਿਖਿਆ ਗਿਆ। ਕਿਤਾਬਾਂ ਦੇ ਉੱਤੇ ਅੱਖਰ ਲਿਖੇ ਨੇ, ਮੇਰੇ ਹਿਰਦੇ ਵਿੱਚ ਨਹੀਂ ਲਿਖੇ ਗਏ। ਇਸ ਕਰਕੇ ਅਸੀਂ ਬਾਣੀ ਵਿੱਚੋਂ ਵਚਨ ਪੜ੍ਹਦੇ ਹਾਂ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਕਹਿਣ ਲੱਗੇ ਤੂੰ ਸੰਸਾਰ ਦੀ ਬਹੁਤ ਵਿੱਦਿਆ ਪ੍ਰਾਪਤ ਕੀਤੀ, ਬਹੁਤ ਸਾਰੇ ਧਾਰਮਿਕ ਗ੍ਰੰਥ ਪੜ੍ਹੇ, ਪਰ ਪੜ੍ਹ ਕੇ ਜੇਕਰ ਤੇਰੇ ਅੰਦਰ ਉਸ ਪਰਮਾਤਮਾ ਦਾ ਸਾਖਸ਼ਾਤਕਰਨ ਨਹੀਂ ਹੋਇਆ ਤੇ ਫਿਰ ਤੇਰੇ ਪੜ੍ਹੇ ਦਾ ਕੋਈ ਲਾਹਾ ਨਹੀਂ। ਪਰ ਇਹਦਾ ਅਰਥ ਇਹ ਨਹੀਂ ਕਿ ਅਸੀਂ ਜਪਣਾ ਨਹੀਂ। ਮਹਾਰਾਜ ਜੀ ਕਹਿੰਦੇ ਨੇ ਜਿਵੇਂ ਖੋਤੇ ਦੇ ਉੱਤੇ, ਗਧੇ ਦੇ ਉੱਤੇ ਚੰਦਨ ਲੱਦ ਦਿਓ, ਉਹਨੂੰ ਕੀ ਪਤਾ ਕਿੰਨਾ ਕੀਮਤੀ ਹੈ, ਉਹਦੇ ਵਾਸਤੇ ਭਾਰ ਹੈ। ਜਿਹਦੇ ਅੰਦਰ ਬ੍ਰਹਮ ਦਾ ਗਿਆਨ ਪ੍ਰਗਟ ਨਹੀਂ ਹੋਇਆ, ਜਿਸ ਨੂੰ ਤਿੰਨਾਂ ਲੋਕਾਂ ਦੀ ਸੋਝੀ ਨਹੀਂ ਹੋਈ, ਉਹਦੇ ਵਾਸਤੇ ਜੋ ਧਰਮ ਦਾ ਗਿਆਨ ਹੈ ਉਹ ਸਿਰ ਦੇ ਉੱਤੇ ਭਾਰ ਹੀ ਬਣ ਜਾਂਦਾ ਹੈ, ਬਾਅਦ 'ਚੋਂ ਹੰਕਾਰ ਬਣ ਜਾਂਦਾ ਹੈ। ਬਚਨ ਪੜ੍ਹਦੇ ਹਾਂ, ਵੇਦ ਪੁਰਾਨ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰਸ ਪਾਰਾ। ਕਿਵੇਂ ਤੇਰਾ ਪਾਰ ਉਤਾਰਾ ਹੋਏਗਾ? ਸਿਮਰਨ ਤੋਂ ਇਲਾਵਾ ਗੁਰੂ ਗੁਰੂ ਜਪੇ ਬਿਨਾ ਤੇਰਾ ਪਾਰ ਉਤਾਰਾ ਨਹੀਂ ਹੋਣਾ। ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਜਪਦੇ ਹਾਂ ਤੇ ਮਹਾਰਾਜ ਜੀ ਬਚਨ ਕਰਦੇ ਨੇ, ਦੇਖ ਹਾਂ ਆਪਣੇ ਅੰਦਰ ਝਾਤ ਮਾਰ, ਕਿੰਨੀ ਤੇਰੀ ਉਮਰਾਂ ਲੰਘ ਗਈ ਹੈ, ਅਜੇ ਤੱਕ ਤੂੰ ਹਨੇਰੇ ਖੂਹ ਦੇ ਵਿੱਚ, ਘੁੱਪ ਹਨੇਰੇ ਵਿੱਚ ਜਿਉਂਦਾ ਪਿਆ। ਅਜੇ ਵੀ ਸਮਾਂ ਹੈ, ਗੁਰੂ ਕੇ ਸ਼ਬਦ ਨਾਲ, ਗੁਰੂ ਕੇ ਪਰਮ ਪ੍ਰਕਾਸ਼ ਨਾਲ ਜੁੜ ਜਾ, ਤਾਂ ਹੀ ਤੇਰਾ ਸੰਸਾਰ ਤੇ ਆਇਆ ਸਫਲਾ ਹੋਵੇਗਾ। ਇਸ ਕਰਕੇ ਅਸੀਂ ਕੋਈ ਵੀ ਕਰਮ ਕਰਨਾ ਹੈ ਧਰਮ ਦਾ, ਇਸ ਦਾ ਸਿੱਟਾ ਸਿਰਫ ਇੱਕ ਹੀ ਨਿਕਲੇਗਾ ਕਿ ਅਸੀਂ ਗੁਰੂ ਕੀ ਯਾਦ ਵਿੱਚ ਜੁੜਨਾ ਹੈ, ਨਾਮ ਸਿਮਰਨ ਦੇ ਅਭਿਆਸੀ ਬਣਨਾ ਹੈ। ਜੇਕਰ ਸਮਾਂ ਹੈ, ਅਸੀਂ ਘਰ ਵਿੱਚ ਬੈਠੇ ਹਾਂ ਤੇ ਅਸੀਂ ਆਪਣੇ ਕੀਮਤੀ ਸਵਾਸਾਂ ਨੂੰ ਗਵਾਈਏ ਨਾ। ਸਾਰਾ ਪਰਿਵਾਰ ਬੈਠੋ, ਸ਼੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰੋ। ਸਮਾਂ ਬਹੁਤ ਭਿਅੰਕਰ ਚੱਲਦਾ ਪਿਆ ਹੈ, ਸਾਰੇ ਬੈਠੋ, ਸ਼੍ਰੀ ਜਪਜੀ ਸਾਹਿਬ ਜੀ ਦਾ ਜਾਪ ਕਰੋ। ਬੈਠ ਕੇ ਅਸੀਂ ਸਾਰੇ ਗੁਰੂ ਮੰਤਰ ਦਾ, ਮੂਲ ਮੰਤਰ ਸਾਹਿਬ ਦਾ ਅਭਿਆਸ ਕਰੀਏ, ਕਿਉਂਕਿ ਸਾਡੇ ਕਰਮਾਂ ਦੇ ਅੱਗੇ ਦੁਨੀਆ ਦਾ ਕੋਈ ਵੀ ਸੁੱਖ ਅੜ ਨਹੀਂ ਸਕਦਾ, ਖੜ ਨਹੀਂ ਸਕਦਾ। ਸਿਰਫ ਇੱਕੋ ਇੱਕ ਖੰਡਾਂ ਬ੍ਰਹਿਮੰਡਾਂ ਵਿੱਚ ਸ਼ਕਤੀ ਹੈ ਜੋ ਸਾਡੇ ਦੁੱਖਾਂ ਨੂੰ, ਪਾਪਾਂ ਨੂੰ, ਕਰਮਾਂ ਨੂੰ ਖਤਮ ਕਰ ਸਕਦੀ ਹੈ। ਉਹ ਸਿਰਫ ਹੈ ਗੁਰੂ ਕੀ ਬਾਣੀ, ਉਹ ਹੈ ਗੁਰੂ ਦੁਆਰਾ ਦਿੱਤਾ ਹੋਇਆ ਗੁਰਮੰਤਰ, ਗੁਰੂ ਕਾ ਸ਼ਬਦ। ਤੇ ਅਸੀਂ ਅੰਦਰੋਂ ਜਾਗ ਪਈਏ। ਮਹਾਰਾਜ ਜੀ, ਜੇਕਰ ਅਸੀਂ ਨਾ ਜਾਗੀਏ ਤਾਂ ਫਿਰ ਨਿਸ਼ਾਨੀ ਕੀ ਹੈ? ਸੱਚੇ ਪਾਤਸ਼ਾਹ ਜੀ ਫਿਰ ਬਖਸ਼ਿਸ਼ ਕਰਦੇ ਨੇ, ਫਿਰ ਤੂੰ ਆਪਣੇ ਦੁੱਖ ਨੂੰ ਦੇਖ ਕੇ ਹੀ ਚੀਕਾਂ ਮਾਰਦਾ ਰਹੇਗਾ, ਤੂੰ ਆਪਣੇ ਦੁੱਖ ਨੂੰ ਦੇਖ ਕੇ ਹੀ ਬਰਦਾਸ਼ਤ ਨਹੀਂ ਕਰੇਗਾ। ਜਿਸ ਵੇਲੇ ਤੇਰਾ ਅੰਦਰ ਜਾਗ ਪਿਆ, ਤੂੰ ਦੂਜੇ ਦੇ ਦੁੱਖ ਨੂੰ ਵੀ ਹਰਨ ਦੇ ਸਮਰੱਥ ਹੋਵੇਗਾ। ਤੇ ਤੇਰੇ ਗੁਰੂ ਨੇ ਸ਼ਕਤੀ ਤੈਨੂੰ ਇਹੀ ਦਿੱਤੀ ਹੈ, ਆਪ ਵੀ ਤੂੰ ਸਮਰੱਥ ਹੋਵੇਂ ਤੇ ਦੂਜਿਆਂ ਦੇ ਦੁੱਖ ਹਰਨ ਵਿੱਚ ਵੀ ਸਮਰੱਥ ਹੋਵੇਂ। ਤੇਰੀ ਸੁਰਤ ਇੰਨੀ ਉਚੇਰੀ ਹੋਣੀ ਚਾਹੀਦੀ ਹੈ, ਵਿਸ਼ੇ ਵਾਸ਼ਨਾ ਦਾ ਇੱਕ ਤਿਲ ਮਾਤਰ ਵੀ ਦਾਗ ਨਾ ਕਿਤੇ ਲੱਗ ਜਾਏ। ਜਿਸ ਵੇਲੇ ਅੰਦਰ ਜਾਗ ਪੈਂਦਾ ਹੈ ਨਾ ਜੀ, ਫਿਰ ਹਰ ਇੱਕ ਵਿਕਾਰ ਅਸਲੀ ਸਵਰੂਪ ਵਿੱਚ ਦਿਸਦਾ ਹੈ। ਜਿੰਨਾ ਚਿਰ ਅੰਦਰ ਜਾਗਦਾ ਨਹੀਂ, ਇਹ ਵਿਸ਼ੇ ਵਿਕਾਰ ਮਿੱਠੇ ਲੱਗਦੇ ਨੇ, ਤੇ ਜਿਸ ਵੇਲੇ ਅੰਦਰ ਜਾਗ ਪੈਂਦਾ ਹੈ, ਫਿਰ ਘਿਨਾਉਣਾ ਰੂਪ ਸਾਹਮਣੇ ਆ ਜਾਂਦਾ ਹੈ। ਫਿਰ ਪਤਾ ਲੱਗਦਾ ਹੈ
ਇਹ ਤਾਂ ਅਸੀਂ ਆਪਣੇ ਸਿਰ ਦੇ ਉੱਤੇ ਆਪ ਹੀ ਸੁਆਹ ਪਾਈ ਜਾਂਦੇ ਹਾਂ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਜੇਕਰ ਕੋਈ ਬੰਦਾ ਆਪਣੇ ਹੱਥੀਂ ਲੋਹੇ ਦਾ ਕੁਹਾੜਾ ਆਪਣੇ ਪੈਰਾਂ ਤੇ ਹੀ ਮਾਰ ਮਾਰ ਕੇ ਪੈਰ ਵੱਢ ਛੱਡੇ, ਦੱਸੋ ਅਸੀਂ ਉਸ ਨੂੰ ਚੰਗਾ ਕਹਾਂਗੇ, ਸਿਆਣਾ ਕਹਾਂਗੇ, ਸੂਝਵਾਨ ਕਹਾਂਗੇ? ਅਸੀਂ ਕਹਾਂਗੇ ਜੀ ਇਹ ਕਿਵੇਂ ਹੋ ਸਕਦਾ ਹੈ, ਉਹ ਬੰਦਾ ਪਾਗਲ ਹੀ ਹੋਏਗਾ ਜਿਹੜਾ ਆਪਣੇ ਹੱਥੀਂ ਆਪਣੇ ਹੱਥ ਦੇ ਵਿੱਚ ਲੋਹੇ ਦਾ ਭਾਰਾ ਕੁਹਾੜਾ ਫੜ ਕੇ ਆਪਣੇ ਪੈਰ ਦੇ ਉੱਤੇ ਵਾਰ ਕਰ ਕਰਕੇ ਪੈਰ ਨੂੰ ਵੱਢ ਹੀ ਦੇਵੇ। ਪਾਗਲ ਹੀ ਹੋਏਗਾ ਨਾ, ਮੈਂਟਲੀ ਅਪਸੈਟ ਹੀ ਹੋਏਗਾ। ਸੱਚੇ ਪਾਤਸ਼ਾਹ ਜੀ ਇਹੋ ਜਿਹੇ ਮੈਂਟਲੀ ਅਪਸੈਟ ਕਿੱਥੇ ਰਹਿੰਦੇ ਨੇ, ਪਾਗਲ ਕਿੱਥੇ ਨੇ? ਮਹਾਰਾਜ ਜੀ ਕਹਿੰਦੇ ਨੇ ਸਾਰੀ ਦੁਨੀਆ ਭਰੀ ਪਈ ਹੈ। ਬ੍ਰਹਮ ਗਿਆਨੀਆਂ ਤੋਂ ਇਲਾਵਾ, ਪੂਰਨ ਮਹਾਂਪੁਰਖਾਂ ਤੋਂ ਇਲਾਵਾ ਸਾਰੇ ਪਾਗਲ ਹੀ ਨੇ। ਬਿਨ ਸ਼ਬਦੈ ਸਭ ਜਗ ਬਉਰਨ। ਆਪਣੇ ਪੈਰਾਂ ਦੇ ਉੱਤੇ ਆਪੇ ਕੁਹਾੜਾ ਮਾਰੀ ਜਾਂਦੇ ਆ ਤੇ ਬਾਅਦ ਚੋਂ ਕਹਿੰਦੇ ਆ ਇਹ ਵਿਸ਼ਾ ਭੋਗਿਆ ਤੇ ਸੁੱਖ ਮਿਲਿਆ। ਭਲਿਆ ਕਦੀ ਵਿਸ਼ਿਆਂ ਵਿੱਚ ਵੀ ਸੁੱਖ ਮਿਲਿਆ? ਕਦੀ ਕੋਈ ਬੰਦਾ ਚਿੱਕੜ ਦੇ ਵਿੱਚ ਚੁੱਭੀ ਮਾਰ ਕੇ, ਦਲਦਲ ਵਿੱਚ ਚੁੱਭੀ ਮਾਰ ਕੇ ਤੇ ਬਾਅਦ ਵਿੱਚ ਕਹੇ ਹੋ ਗਿਆ ਮੈਂ ਸਾਫ ਸੁਥਰਾ, ਤੂੰ ਤੇ ਹੋਰ ਲਿਬੜ ਗਿਆ। ਤੇ ਜਿਨ੍ਹਾਂ ਦੇ ਹੱਥ ਚਿੱਕੜ ਦੇ ਨਾਲ ਭਰ ਜਾਂਦੇ ਨੇ, ਜਦੋਂ ਆਪਣੇ ਬੱਚਿਆਂ ਨੂੰ ਹੱਥ ਲਾਉਣਗੇ ਤੇ ਉਹਨਾਂ ਨੂੰ ਵੀ ਚਿੱਕੜ ਹੀ ਲੱਗੇਗਾ। ਘੱਟੋ ਘੱਟ ਆਪਣੇ ਬੱਚਿਆਂ, ਆਪਣੇ ਪਰਿਵਾਰ ਦੇ ਸੁੱਖ ਵਾਸਤੇ ਅਸੀਂ ਸਿਮਰਨ ਸ਼ੁਰੂ ਕਰ ਦਈਏ ਜੀ। ਬਾਤ ਲੱਗੇਗੀ ਤੇ ਕੌੜੀ। ਅਸੀਂ ਬੱਚਿਆਂ ਦੇ ਸੁਚੱਜੇ ਭਵਿੱਖ ਦੀ ਕਾਮਨਾ ਕਰਦੇ ਹਾਂ, ਬੱਚਿਆਂ ਦੇ ਪਵਿੱਤਰ ਜੀਵਨ ਦੀ ਕਾਮਨਾ ਕਰਦੇ ਹਾਂ, ਬੱਚਿਆਂ ਦੇ ਆਉਣ ਵਾਲੇ ਫਿਊਚਰ ਦੇ ਵਿੱਚ ਕੋਈ ਦੁੱਖ ਨਾ ਹੋਵੇ ਉਹਦੀ ਕਾਮਨਾ ਕਰਦੇ ਹਾਂ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਇੱਕ ਸੁੱਖ ਸਿਰਫ ਗੁਰੂ ਕੇ ਸ਼ਬਦ, ਗੁਰੂ ਦੇ ਸਿਮਰਨ ਵਿੱਚੋਂ ਪ੍ਰਗਟ ਹੋਏਗਾ। ਸੁੱਖ ਨਾਹੀ ਰੇ ਹਰ ਭਗਤ ਬਿਨਾ। ਹੁਣ ਦੱਸੋ ਇਸ ਗੁਰਬਾਣੀ ਦੀ ਪੰਕਤੀ ਤੋਂ ਇਲਾਵਾ ਕੋਈ ਹੋਰ ਵੀ ਪ੍ਰਮਾਣ ਚਾਹੀਦਾ ਹੈ? ਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਸਿੱਖ ਨੂੰ ਤੇ ਹੋਰ ਕੁਝ ਸੋਚਣਾ ਹੀ ਨਹੀਂ ਚਾਹੀਦਾ। ਸਿੱਖ ਨੂੰ ਤੇ ਬਸ ਇਹੀ ਕਹਿਣਾ ਚਾਹੀਦਾ, ਅੱਛਾ ਮਹਾਰਾਜ ਜੀ ਇਸ ਤਰ੍ਹਾਂ ਸੁੱਖ ਮਿਲਦਾ ਹੈ। ਤੇ ਜੇਕਰ ਆਰਾਮ ਹੈ, ਅਸੀਂ ਘਰ 'ਚ ਬੈਠੇ ਹਾਂ ਤੇ ਸਿਮਰਨ ਸ਼ੁਰੂ ਕਰ ਦਈਏ। ਤੇ ਜੇਕਰ ਅਸੀਂ ਕਾਰ ਵਿਹਾਰ ਵਿੱਚ ਹਾਂ, ਜੇਕਰ ਸਾਡੇ ਪਾਸ ਕੋਈ ਨਹੀਂ ਤੇ ਅਸੀਂ ਘੱਟੋ ਘੱਟ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਤੇ ਕਰ ਸਕਦੇ ਹਾਂ ਨਾ ਜੀ। ਮਨ ਤੇ 24 ਘੰਟੇ ਵਿਹਲਾ, ਸਰੀਰ ਹੀ ਬਿਜ਼ੀ ਹੁੰਦਾ ਹੈ, ਮਨ ਕਦੀ ਬਿਜ਼ੀ ਨਹੀਂ ਹੁੰਦਾ। ਜਦੋਂ ਮਨ ਕਹਿੰਦਾ ਕਿ ਇਹਨੇ ਗੁਰੂ ਦੇ ਸ਼ਬਦ ਵਿੱਚ ਤੇ ਲਾਇਆ ਨਹੀਂ, ਨਾ ਗੁਰਮੰਤਰ ਵਿੱਚ, ਨਾ ਮੂਲ ਮੰਤਰ ਸਾਹਿਬ, ਤੇ ਨਾ ਹੀ ਜਪਜੀ ਸਾਹਿਬ, ਨਾ ਚੌਪਈ ਸਾਹਿਬ, ਚੱਲ ਫਿਰ ਵਿਸ਼ੇ ਵਿਕਾਰਾਂ ਵੱਲ ਦੌੜ ਚਲੀਏ। ਕਿਉਂਕਿ ਮਨ ਦਾ ਸੁਭਾਅ ਟਿਕਣਾ ਨਹੀਂ ਹੈ। ਮਨ ਦਾ ਸੁਭਾਅ ਹੈ ਕੁਝ ਨਾ ਕੁਝ ਕਰਦੇ ਰਹਿਣਾ, ਬਿਜ਼ੀ ਰਹਿਣਾ। ਇਹ ਹੁਣ ਸਾਡੀ ਚੋਇਸ ਹੈ ਕਿ ਅਸੀਂ ਇਸ ਨੂੰ ਖਵਾਉਣਾ ਕੀ ਹੈ। ਦਾਸ ਬੇਨਤੀ ਕਰਦਾ ਪਿਆ ਹੈ, ਹੁਣ ਬੱਚਿਆਂ ਦੇ ਮਸਤਕ ਦੇ ਉੱਤੇ ਹਲਕਾ ਜਿਹਾ ਦਾਗ ਲੱਗਾ ਹੋਵੇ ਕਾਲੇ ਰੰਗ ਦਾ, ਤੇ ਸਾਡੇ ਹੱਥ ਪੂਰੇ ਕਾਲੇ ਹੋਣ ਤੇ ਅਸੀਂ ਉਹ ਦਾਗ ਲਾਉਂਦੇ ਲਾਉਂਦੇ ਤੇ ਸਾਰਾ ਮੂੰਹ ਹੀ ਕਾਲਾ ਕਰ ਛੱਡੀਏ, ਕੋਈ ਵੀ ਮਾਂ ਪਿਓ ਐਸਾ ਨਹੀਂ ਚਾਹੇਗਾ। ਪਰ ਅਸਲ ਵਿੱਚ ਕਰਦੇ ਆਪਾਂ ਸਾਰੇ ਹੀ ਇੰਝ ਹਾਂ। ਜਿਨ੍ਹਾਂ ਦੇ ਹੱਥਾਂ 'ਤੇ ਚਿੱਕੜ ਲੱਗਿਆ ਹੁੰਦਾ ਹੈ ਉਹ ਦੂਜਿਆਂ ਦੇ ਚਿਹਰੇ ਨਹੀਂ ਸਾਫ਼ ਕਰ ਸਕਦੇ। ਆਪਣੇ ਅੰਦਰੂਨੀ ਜੀਵਨ ਦੇ ਵਿੱਚ ਜੋ ਸਾਡੀ ਪਵਿੱਤਰਤਾ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਅਸੀਂ ਅੰਦਰ ਦੀ ਪਵਿੱਤਰਤਾ ਨੂੰ ਲਿਆਉਣ ਵਾਸਤੇ ਦਿਨ ਰਾਤ ਸਿਮਰਨ ਕਰੀਏ। ਆਪ ਜੀ ਅੰਦਰ ਝਾਤ ਮਾਰ ਕੇ ਦੇਖੋ, ਸਾਰੀ ਉਮਰ ਵਿੱਚ ਆਪਾਂ ਕਿੰਨਾ ਕੁ ਵਿਸ਼ਾ ਭੋਗ ਲਿਆ ਜੀ। 1 ਵਾਰੀ, 5 ਵਾਰੀ, 10 ਵਾਰੀ, 20 ਵਾਰੀ, ਕਿੰਨੀ ਕੁ ਵਾਰੀ। ਤੇ ਹੁਣ ਇੱਕ ਕਾਪੀ ਪੈਨ ਫੜੋ ਤੇ ਲਿਖੋ, ਇੰਨੇ ਵਿਸ਼ੇ ਭੋਗਣ ਤੋਂ ਬਾਅਦ ਕੋਈ ਪ੍ਰਾਪਤੀ ਹੋਈ? ਉਸੇ ਵੇਲੇ ਮਨ ਨੇ ਕਹਿਣਾ ਮਨਾ ਪ੍ਰਾਪਤੀ ਦੇ ਕੀ ਹੋਈ? ਗੁਰੂ ਵੱਲੋਂ ਪਿੱਠ ਵੀ ਹੋ ਗਈ, ਪਰਮਾਤਮਾ ਵੱਲੋਂ, ਦਰਗਾਹ ਵੱਲੋਂ ਉਲਾਮੇ ਵੀ ਮਿਲਦੇ, ਧੱਕੇ ਵੀ ਮਿਲਦੇ। ਵਿਸ਼ੇ ਵਿਕਾਰ ਭੋਗ ਕੇ ਸਰੀਰ ਦੀ ਤਾਕਤ ਵੀ ਖਤਮ ਹੁੰਦੀ, ਆਤਮਾ ਦੀ ਤਾਕਤ ਵੀ ਖਤਮ ਹੁੰਦੀ। ਤੇ ਜਿੱਥੇ ਅਸੀਂ ਬੈਠ ਜਾਂਦੇ ਹਾਂ, ਅਸੀਂ ਉਹ ਕਮਜ਼ੋਰੀ, ਨੈਗੇਟਿਵਿਟੀ ਹੀ ਫੈਲਾਉਂਦੇ ਹਾਂ। ਤੇ ਫਿਰ ਅਸੀਂ ਮਜਬੂਰ ਹੋ ਜਾਂਦੇ ਹਾਂ ਵਿਸ਼ੇ ਵਿਕਾਰਾਂ ਵਾਲੇ ਪਾਸੇ।
ਹਾਂ ਮੰਨਿਆ ਜਾ ਸਕਦਾ ਹੈ। ਵਿਸ਼ੇ ਵਿਕਾਰ ਮਨੁੱਖ ਭੋਗਣ ਵਾਸਤੇ ਮਜਬੂਰ ਹੋ ਜਾਂਦਾ ਹੈ। ਪਰ ਕਲਗੀਧਰ ਪਾਤਸ਼ਾਹੀ ਦਾ ਵਚਨ ਹੈ, ਸਿੱਖ ਚੜ੍ਹਦੀ ਕਲਾ ਦੇ ਵਿੱਚ ਗੁਰੂ ਅੱਗੇ ਅਰਦਾਸ ਕਰੇ, ਕੜਾਹ ਪ੍ਰਸ਼ਾਦੀ ਦੇ ਕਰੇ ਤਿਆਰ ਘਰ ਵਿੱਚ, ਅਰਦਾਸਾ ਸੋਧੇ ਸੱਚੇ ਪਾਤਸ਼ਾਹ 24 ਘੰਟੇ ਮੇਰੇ ਨਾਲ ਰਿਓ। ਅੱਜ ਤੋਂ ਬਾਅਦ ਦਾਤਿਆ ਇਹ ਸਿਰ ਤੇਰਾ ਤੇ ਮੈਂ ਤੇਰਾ, ਤੂੰ ਅੱਜ ਤੋਂ ਬਾਅਦ ਮੈਨੂੰ ਗੋਦ ਵਿੱਚ ਚੁੱਕ ਕੇ ਆਪਣਾ ਪਵਿੱਤਰ ਜੀਵਨ ਬਖਸ਼। ਤੇ ਗੁਰੂ ਇਤਨਾ ਵੱਡਾ ਹੈ, ਗੁਰੂ ਇਤਨਾ ਬਖਸ਼ਿਸ਼ ਦਾ ਭੰਡਾਰਾ ਹੈ, ਸਾਡੇ ਮਨ ਵਿੱਚ ਇੱਕ ਮੈਲਾ ਖਿਆਲ ਵੀ ਨਹੀਂ ਆਏਗਾ, ਬਸ਼ਰਤੇ ਅਸੀਂ ਗੁਰੂ ਮਹਾਰਾਜ ਜੀ ਦਾ ਨਿਤਨੇਮ, ਸੱਤ ਬਾਣੀਆਂ ਦਾ ਨਿਤਨੇਮ, ਤੇ ਰਸਤੇ ਵਿੱਚ ਜਾਂਦੇ ਜੋਬ ਕਰਦੇ ਅਸੀਂ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਰਹੀਏ। ਪਹਿਲਾਂ ਕਰਨਾ ਪੈਂਦਾ, ਬਾਅਦ ਵਿੱਚ ਸੁਤੇ ਸਿੱਧ ਹੋਣ ਲੱਗ ਪੈਂਦਾ। ਸੁਤੇ ਸਿੱਧੀ, ਸੁੱਤੇ ਹਾਂ ਤਾਂ ਵੀ ਹੋ ਰਿਹਾ, ਜੇ ਜਾਗਦੇ ਹਾਂ ਤਾਂ ਵੀ ਹੋ ਰਿਹਾ ਜਾਪ, ਜੇ ਬਾਤ ਕਰਦੇ ਹਾਂ ਤਾਂ ਵੀ ਹੋ ਰਿਹਾ ਜਾਪ। ਇੱਥੋਂ ਤੱਕ ਕਿ ਜੇਕਰ ਅਸੀਂ 100 ਬੰਦਿਆਂ ਦੇ ਵਿੱਚ ਬੈਠੇ ਹਾਂ, ਧੂਮ ਧੜੱਕਾ ਡੀਜੇ ਵਗੈਰਾ ਚੱਲਦਾ ਪਿਆ ਹੈ, ਤੇ ਗੁਰੂ ਐਸੀ ਬਖਸ਼ਿਸ਼ ਕਰਦਾ ਹੈ, ਅੰਦਰ ਇੰਨਾ ਕੁ ਟਿਕ ਜਾਂਦਾ ਹੈ, ਬਾਹਰ ਦਾ ਜੋ ਧੂਮ ਧੜੱਕਾ ਹੈ ਸਾਨੂੰ ਸੁਣਦਾ ਵੀ ਨਹੀਂ, ਸੁਰਤ ਇਕਾਗਰ ਹੋ ਜਾਂਦੀ ਹੈ। ਆਪਾਂ ਆਪਣੇ ਵਿਸ਼ੇ ਵੱਲ ਆਈਏ ਜੀ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਾਰੇ ਜਿਤਨੇ ਵੀ 33 ਕਰੋੜ ਦੇਵੀ ਦੇਵਤੇ ਨੇ ਉਹ ਸਾਰੇ ਹੀ ਹੇ ਪ੍ਰਭੂ ਤੈਨੂੰ ਗਾਉਂਦੇ ਨੇ। ਸਿਰਫ ਇੱਕ ਬੰਦਾ ਹੀ ਐਸਾ ਨਖਿੱਧ ਹੈ, ਐਸਾ ਨਮਕ ਹਰਾਮ ਹੈ, ਐਸਾ ਅਕਿਰਤ ਘਣ ਹੈ, ਇਹ ਤੇਰੇ ਕੀਤੇ ਨੂੰ ਨਹੀਂ ਜਾਣਦਾ, ਇਹ ਤੇਰੇ ਕੀਤੇ ਨੂੰ ਨਹੀਂ ਜਾਣਦਾ। ਆਪ ਤੇ ਨੇ ਛੋਟਾ ਜਿਹਾ ਨਲਕਾ ਲਾ ਦਿੱਤਾ ਹੋਵੇ ਤੇ ਉਹ ਸਾਰੇ ਇਲਾਕੇ ਦੇ ਵਿੱਚ ਭੰਡ ਦਿੰਦਾ। ਨਲਕਾ ਲਵਾਇਆ ਤੇ ਜੇ ਕਿਤੇ ਇਹਦੇ ਪਾਪਾਂ ਦੀ ਗਿਣਤੀ ਵੱਲ ਝਾਤ ਮਾਰੀਏ ਤੇ ਪਰਮੇਸ਼ਵਰ ਇਹਦੇ ਕਰਮਾਂ ਅਨੁਸਾਰ ਇਹਨੂੰ ਇੱਕ ਸਾਹ ਨਹੀਂ ਦੇ ਸਕਦਾ। ਸਾਡੇ ਕਰਮ ਇੰਨੇ ਮਾੜੇ ਨੇ, ਅਸੀਂ ਇੱਕ ਸਾਹ ਲੈਣ ਦੇ ਹੱਕਦਾਰ ਨਹੀਂ ਹਾਂ। ਆਪਾਂ ਆਪਣੇ ਮਨ ਵਿੱਚ ਝਾਤ ਮਾਰੀਏ, ਅਸੀਂ ਵਾਕਈ ਸਾਹ ਲੈਣ ਦੇ ਹੱਕਦਾਰ ਹੈ ਵੀ ਕਿ ਨਹੀਂ, ਤੇ ਇੱਕਦਮ ਮਨ ਨੇ ਆਵਾਜ਼ ਦੇਣੀ ਨਹੀਂ। ਸਾਡਾ ਗੁਰੂ ਪ੍ਰਤੀ ਕੋਈ ਸਮਰਪਣ ਨਹੀਂ, ਸਾਡਾ ਸਿਮਰਨ ਅਭਿਆਸ ਕੋਈ ਨਹੀਂ, ਪਰ ਗੁਰੂ ਮਹਾਰਾਜ ਜੀ ਫਿਰ ਵੀ ਬਖਸ਼ਿਸ਼ ਕਰਦੇ ਨੇ। ਮਹਾਰਾਜ ਜੀ ਨੇ ਬਚਨ ਕੀਤਾ, ਗਾਵੈ ਹੈ, ਇਸ ਨੂੰ ਗਾਵੇ ਨਹੀਂ ਕਹਿਣਾ, ਹਾਹੇ ਨੂੰ ਕਲੀਅਰ ਕਰਨਾ ਹੈ। ਗਾਵੈ ਹੈ ਤੋਹਨੋ, ਇੱਥੇ ਰੁਕ ਜਾਣਾ। ਗਾਵੈ ਹੈ ਤੋਹਨੋ, ਅੱਗੇ ਹੈ ਪੌਣ, ਫੇਰ ਪਾਣੀ, ਫੇਰ ਬੈਸੰਤਰ। ਹੇ ਪ੍ਰਭੂ ਤੈਨੂੰ ਵੱਡੀਆਂ ਵੱਡੀਆਂ ਸ਼ਕਤੀਆਂ ਗਾਉਂਦੀਆਂ ਪਈਆਂ ਨੇ, ਸਿਮਰਨ ਕਰਦੀਆਂ ਨੇ। ਹਵਾ ਤੇਰਾ ਸਿਮਰਨ ਕਰਦੀ ਹੈ, ਪਾਣੀ ਤੇਰਾ ਸਿਮਰਨ ਕਰਦਾ, ਸਮੁੰਦਰ ਸਿਮਰਨ ਕਰਦਾ, ਅੱਗ ਸਿਮਰਨ ਕਰਦੀ ਹੈ। ਗਾਵੈ ਰਾਜਾ ਧਰਮ ਦੁਆਰੇ, ਕਹਿਣ ਲੱਗੇ ਜਿਹੜਾ ਧਰਮ ਰਾਜ ਹੈ ਉਹ ਵੀ ਆਪਣੇ ਉਸ ਦਰਬਾਰ ਦੇ ਵਿੱਚ ਤੇਰਾ ਸਿਮਰਨ ਕਰਦਾ ਹੈ, ਜਿਸ ਦਰਬਾਰ ਨੂੰ ਅਸੀਂ ਨਰਕ ਦਾ ਦਵਾਰ ਕਹਿੰਦੇ ਹਾਂ ਜਾਂ ਫਿਰ ਸਵਰਗ ਦਾ ਦਵਾਰ ਕਹਿੰਦੇ ਹਾਂ, ਜਿੱਥੇ ਉਹ ਸਾਰਿਆਂ ਦੇ ਲੇਖੇ ਜੋਖੇ ਲਿਖਦਾ ਹੈ, ਸਾਰਿਆਂ ਦਾ ਨਿਆਂ ਕਰਦਾ ਹੈ। ਅੱਗੇ ਬਚਨ ਕੀਤਾ, ਗਾਵੈ ਹੈ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਇਸ ਨੂੰ ਲਿਖ ਨਹੀਂ ਕਹਿਣਾ, ਇਸ ਨੂੰ ਲਿਖ ਕਹਾਂਗੇ। ਲਿਖ ਲਿਖ ਧਰਮ ਵਿਚਾਰੇ, ਅਸੀਂ ਵਿਚਾਰੇ ਕਹਿ ਦਿੰਦੇ ਹਾਂ। ਜੇ ਵਾਵੇ ਨੂੰ ਸਿਹਾਰੀ ਪੈ ਗਈ ਨਾ, ਉਹਦਾ ਅਰਥ ਬਣ ਜਾਂਦਾ ਹੈ ਲਾਚਾਰ, ਮਜਬੂਰ, ਕਮਜ਼ੋਰ। ਵਿਚਾਰੇ ਦਾ ਅਰਥ ਇਹ ਹੈ ਜੋ ਉਸ ਪਵਿੱਤਰ ਸ਼ਕਤੀ ਨੂੰ ਪਹਿਲਾਂ ਦੇਖਦੇ ਨੇ, ਸਮਝਦੇ ਨੇ, ਫਿਰ ਜੀਵਨ ਵਿੱਚ ਢਾਲ ਲੈਂਦੇ ਨੇ। ਸੁਣਿਆ ਹੈ ਕਿ ਚਿੱਤਰਗੁਪਤ ਧਰਮਰਾਜ ਦੇ ਦਰਬਾਰ ਦੇ ਵਿੱਚ 2 ਪੋਥੀਕਾਰ ਨੇ, ਉਹ ਸਭ ਲਿਖਦੇ ਨੇ। ਜੋ ਲਿਖਦੇ ਨੇ ਕਿ ਬੰਦੇ ਨੇ ਚੰਗੇ ਕਰਮ ਕੀਤੇ ਕਿ ਮਾੜੇ ਕਰਮ ਕੀਤੇ, ਉਹ ਵੀ ਹੇ ਪ੍ਰਭੂ ਤੈਨੂੰ ਯਾਦ ਕਰਦੇ ਨੇ, ਤੇਰੀ ਵਡਿਆਈ ਕਰਦੇ ਨੇ, ਤੇਰਾ ਸਿਮਰਨ ਕਰਦੇ ਨੇ।
ਤੇ ਜੇਕਰ ਇਸ ਨੂੰ ਗਹਿਰਾਈ ਨਾਲ ਦੇਖੀਏ ਤੇ ਸਾਡੇ ਅੰਦਰ ਹੀ ਇੱਕ ਚਿੱਤਰ ਹੈ ਜਿਸ ਨੂੰ ਗੁਪਤ ਢੰਗ ਦੇ ਨਾਲ ਪਰਮੇਸ਼ਵਰ ਜੀ ਨੇ ਟਿਕਾਇਆ। ਹਰ ਦਮ ਅਸੀਂ ਜੋ ਵੀ ਖਿਆਲ ਕਰਦੇ ਹਾਂ ਅੰਦਰ ਗੁਪਤ ਚਿੱਤਰ ਦੇ ਵਿੱਚ ਉਕਰਿਆ ਜਾਂਦਾ ਹੈ, ਉਕਰਿਆ ਜਾਂਦਾ ਹੈ। ਜੋ ਦੂਜੀ ਦੁਨੀਆ ਹੈ, ਦੂਜੀ ਦੁਨੀਆ ਦੇ ਬਾਬਤ 1% ਵੀ ਸ਼ੰਕਾ ਨਹੀਂ, ਕਿਉਂਕਿ ਗੁਰੂ ਮਹਾਰਾਜ ਜੀ ਜਿਸ ਵੇਲੇ ਆਪ ਉਹਨਾਂ ਮੰਡਲਾਂ ਵਿੱਚ ਲੈ ਕੇ ਜਾਂਦੇ ਨੇ ਉੱਥੇ ਤੇ ਕੋਈ ਗੁੰਜਾਇਸ਼ ਰਹਿ ਹੀ ਨਹੀਂ ਜਾਂਦੀ। ਜਿਨ੍ਹਾਂ ਨੇ ਉਹ ਦੁਨੀਆ ਨਹੀਂ ਦੇਖੀ ਉਹ ਕਹਿ ਸਕਦੇ ਨੇ ਕਿ ਇਹ ਕਿਵੇਂ ਹੋ ਸਕਦਾ ਹੈ। ਜਦੋਂ ਕੋਈ ਕਿਵੇਂ ਸ਼ਬਦ ਯੂਜ਼ ਕਰੇ ਉਹਦਾ ਅਰਥ ਇਹੀ ਹੁੰਦਾ ਹੈ ਇਸ ਵਿਚਾਰੇ ਦੇ ਨੇਤਰ ਨਹੀਂ ਹਨ, ਅੱਖਾਂ ਨਹੀਂ ਹਨ, ਤਾਂ ਹੀ ਕਹਿ ਰਿਹਾ। ਸੂਰਜ ਨਹੀਂ ਹੈ ਉਹੀ ਕਹੇਗਾ ਜਿਹਦੇ ਨੇਤਰ ਨਹੀਂ ਹਨ। ਇਸ ਕਰਕੇ ਬਹਿਸਣਾ ਨਹੀਂ ਚਾਹੀਦਾ, ਖਾਸ ਕਰਕੇ ਉਹਨਾਂ ਦੇ ਨਾਲ ਜਿਨ੍ਹਾਂ ਦੇ ਕੋਲ ਨੇਤਰ ਨਹੀਂ ਹਨ। ਕਿਉਂ ਆਪਣੀ એનર્ਜੀ ਵੇਸਟ ਕਰਨੀ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਪਰਮੇਸ਼ਵਰ ਨੇ ਜੋ ਜੋ ਰਚਨਾ ਰਚੀ ਹੈ ਸਾਰੇ ਹੀ ਹੈ ਪ੍ਰਭੂ ਤੈਨੂੰ ਯਾਦ ਕਰਦੇ ਨੇ, ਸਿਮਰਨ ਕਰਦੇ ਨੇ, ਧਿਆਉਂਦੇ ਨੇ। ਤੇ ਦਾਤਿਆ ਹੋਰ ਤੈਨੂੰ ਕੌਣ ਕੌਣ ਧਿਆਉਂਦਾ ਹੈ, ਆਓ ਸ਼ਰਵਣ ਕਰੀਏ। ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਸਾਰੀ ਸ੍ਰਿਸ਼ਟੀ 'ਚ ਸਭ ਤੋਂ ਜ਼ਿਆਦਾ ਮੰਦਰ ਸ਼ਿਵ ਜੀ ਦੇ ਹਨ, ਮਹਾਦੇਵ ਜੀ ਦੇ। ਸਤਿਕਾਰਯੋਗ ਹਨ ਜੀ। ਜਿਨ੍ਹਾਂ ਹਸਤੀਆਂ ਨੂੰ ਪਰਮੇਸ਼ਵਰ ਨੇ ਕੋਈ ਨਾ ਕੋਈ ਡਿਊਟੀ ਦਿੱਤੀ ਹੈ, ਸਾਡੇ ਨਾਲੋਂ ਤੇ ਚੰਗੇ ਹੀ ਨੇ। ਕਿਉਂ ਚੰਗੇ ਨੇ? ਕਿਉਂਕਿ ਗਾਉਂਦੇ ਨੇ। ਗਾਵਹਿ ਈਸਰ, ਈਸਰ ਕਹੀਏ ਸ਼ਿਵ ਜੀ ਭਗਵਾਨ। ਬਰਮਾ, ਬਰਮਾ ਕਹੀਏ ਬ੍ਰਹਮਾ ਜੀ ਨੂੰ। ਫਿਰ ਦੇਵੀ, ਦੇਵੀ ਦਾ ਅਰਥ ਹੈ ਸਾਰੀਆਂ ਹੀ ਦੇਵੀਆਂ। ਹੁਣ ਦੇਵੀਆਂ ਦਾ ਅਸੀਂ ਦੇਵੀਆਂ ਦੀ ਗਿਣਤੀ ਕਰੀਏ ਤੇ ਉਹ ਬਹੁਤੀਆਂ ਬਣ ਜਾਂਦੀਆਂ, ਪਤਾ ਹੀ ਨਹੀਂ। ਇਹੋ ਜਿਹੇ ਵੀ ਨਾਂ ਸਾਹਮਣੇ ਆ ਜਾਂਦੇ ਆ ਜਿਹੜੇ ਨਾਂ ਸੁਣ ਕੇ ਹੀ ਹਾਸਾ ਆ ਜਾਂਦਾ ਆ। ਕੁਝ ਮਨੋਕਲਪਿਤ ਦੇਵੀਆਂ ਸਿਰਜ ਦਿੱਤੀਆਂ ਗਈਆਂ। ਚਲੋ ਆਪਾਂ 9 ਦੇਵੀਆਂ ਦੀ ਗੱਲ ਸੁਣਦੇ ਹਾਂ ਕਿ ਮਾਤਾ ਪਾਰਵਤੀ ਜੀ, ਮਾਤਾ ਦੁਰਗਾ ਜੀ, ਮਾਤਾ ਵੈਸ਼ਨੋ ਜੀ, ਹੋਰ ਬਗਲਾ ਮੁਖੀ ਜੀ। ਇਸ ਤਰ੍ਹਾਂ ਕਹਿਣ ਲੱਗੇ ਸਾਰੀ ਦੁਨੀਆ ਇਹਨਾਂ ਸ਼ਕਤੀਆਂ ਦੇ ਕੋਲੋਂ ਅਰਦਾਸਾਂ ਕਰ ਕਰਕੇ ਜੋਤਾਂ ਜਗਾ ਜਗਾ ਕੇ ਮੰਗਦੇ ਨੇ। ਤੇ ਇਹਨਾਂ ਕੋਲ ਤਾਕਤ ਕਿੱਥੋਂ ਆਈ ਜੀ? ਬਹੁਤ ਗਹਿਰੀ ਪੰਕਤੀ ਹੈ, ਪਰ ਹੁਣ ਅਸੀਂ ਬਹੁਤਾ ਵਿਸਥਾਰ 'ਚ ਨਹੀਂ ਜਾਣਾ, ਕਿਉਂਕਿ ਹੁਣ ਇਸੇ ਪੰਕਤੀ ਦੀ ਵਿਆਖਿਆ ਕਰਨੀ ਹੋਵੇ ਤੇ ਦਾਸ ਨੂੰ ਲੱਗਦਾ ਕਈ ਸਾਲ ਚਾਹੀਦੇ ਨੇ। ਪਰ ਗੁਰਮੁਖਾਂ ਵੱਲੋਂ ਹੁਕਮ ਵੀ ਆਇਆ ਸੀ ਕਿ 2-2 ਅੰਗ ਦੀ ਵਿਆਖਿਆ ਰੋਜ਼ ਹੋ ਜਾਏ ਤਾਂ ਭਲੀ ਬਾਤ ਹੈ। ਦਾਸ ਨੇ ਹੱਥ ਜੋੜੇ, 7 ਬਚਨ, ਸੰਗਤ ਵੱਡੀ ਹੁੰਦੀ ਹੈ। ਮਹਾਰਾਜ ਜੀ ਕਹਿੰਦੇ ਨੇ ਕਿ ਸਾਰੀ ਸ੍ਰਿਸ਼ਟੀ ਇਹਨਾਂ ਸ਼ਕਤੀਆਂ ਦੇ ਕੋਲੋਂ ਅਰਦਾਸਾਂ ਕਰ ਕਰਕੇ ਮੰਗਦੀ ਹੈ ਤੇ ਇਹ ਸਾਰੀਆਂ ਸ਼ਕਤੀਆਂ ਤਿੰਨਾਂ ਗੁਣਾਂ ਦੇ ਵਿੱਚ ਜੋ ਕੁਝ ਵੀ ਦਾਤਾ ਹਨ ਉਹ ਦੇਣ ਦੇ ਸਮਰੱਥ ਹਨ। ਸੰਸਾਰ ਦੀ ਕੋਈ ਵੀ ਚੀਜ਼ ਮੰਗ ਲਵੋ ਦੇ ਦਿੰਦੀਆਂ ਨੇ। ਤੇ ਹੁਣ ਇਹਨਾਂ ਕੋਲ ਸ਼ਕਤੀ ਕਿੱਥੋਂ ਆਈ? ਇਹਨਾਂ ਕੋਲ ਸ਼ਕਤੀ ਪਰਮੇਸ਼ਵਰ ਦਾ ਸਿਮਰਨ ਕਰਕੇ ਆਈ। ਅਸੀਂ ਸੁਣਦੇ ਆ ਨਾ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਮਣੇ ਭਾਈ ਲਹਿਣਾ ਜੀ ਆਉਂਦੇ ਹਨ। ਭਾਈ ਲਹਿਣਾ ਜੀ ਨੇ ਜਦੋਂ ਦੇਖਿਆ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ ਤੇ ਵੇਖਿਆ ਕਿ ਮਾਤਾ ਵੈਸ਼ਨੋ ਜੀ ਉੱਥੇ ਝਾੜੂ ਫੇਰੀ ਜਾਂਦੇ ਨੇ। ਤੇ ਮਾਤਾ ਵੈਸ਼ਨੋ ਜੀ ਨੂੰ ਆਖਿਆ, ਮਾਤਾ ਮੈਂ ਤਾਂ ਕਈ ਸਾਲ ਤੇਰੇ ਦਰ ਤੇ ਪਹੁੰਚਿਆ, ਘੁੰਗਰੂ ਬੰਨ੍ਹ ਕੇ ਨੱਚਦਾ ਨੱਚਦਾ ਪਹੁੰਚਿਆ, ਸੰਗ ਲੈ ਕੇ ਪਹੁੰਚਿਆ, ਤੇਰੀਆਂ ਭੇਟਾਂ ਗਾਉਂਦਾ ਪਹੁੰਚਿਆ, ਮੈਂ ਭੁੱਖਾ ਭਾਣਾ ਤੁਰਿਆ, ਇੰਨਾ ਤਪ ਸਾਧਿਆ, ਉੱਥੇ ਤੂੰ ਦਰਸ਼ਨ ਦਿੱਤੇ ਨਹੀਂ, ਇੱਥੇ ਕੀ ਕਰਦੀ ਪਈ ਹੈ? ਹੁਣ ਦਰਸ਼ਨਾਂ ਦੀ ਮੰਗ ਨਹੀਂ ਕੀਤੀ ਤੇ ਹੁਣ ਤੇਰੇ ਦਰਸ਼ਨ ਹੋ ਗਏ। ਤੇ ਉਸ ਵੇਲੇ ਮਾਤਾ ਵੈਸ਼ਨੋ ਜੀ ਨੇ ਇਹ ਸ਼ਬਦ ਕਹੇ, ਲੈਣਿਆ ਇਹ ਗੁਰੂ ਨਾਨਕ ਦਾ ਘਰ ਹੈ। ਜਿੱਥੇ ਗੁਰੂ ਨਾਨਕ ਦੇ ਚਰਨ ਪੈ ਜਾਣ, ਜਿੱਥੇ ਗੁਰੂ ਨਾਨਕ ਦੇ ਸ਼ਬਦਾਂ ਦਾ ਚਾਨਣ ਹੋ ਜਾਏ, ਉੱਥੋਂ ਦੇ ਚਰਨ ਧੂੜ ਲੈ ਕੇ ਮੈਂ ਸਾਰੀ ਸ੍ਰਿਸ਼ਟੀ ਦੀਆਂ ਅਰਦਾਸਾਂ ਨੂੰ ਪੂਰੀਆਂ ਕਰਦੀ ਹਾਂ। ਹੁਣ ਇੰਨੀਆਂ ਵੱਡੀਆਂ ਸ਼ਕਤੀਆਂ ਗੁਰੂ ਨਾਨਕ ਦੇ ਘਰ ਦੇ
ਝਾੜੂ ਬਰਦਾਰ ਦਾ ਕੰਮ ਕਰਦੀਆਂ ਨੇ, ਤੇ ਫਿਰ ਸਿੱਖ ਉਧਰ ਨੂੰ ਕਿਉਂ ਦੌੜੇ ਜੀ? ਕੋਈ ਬਹੁਤ ਹੀ ਵਿਸ਼ਵਾਸਹੀਣਾ ਜਾਂ ਮੰਦਭਾਗਾ ਹੋਏਗਾ ਜੋ ਗੁਰੂ ਨਾਨਕ ਦੇ ਘਰ ਨੂੰ ਛੱਡ ਕੇ ਦੂਜੇ ਪਾਸੇ ਜਾਏਗਾ। ਮਹਾਰਾਜ ਜੀ ਕਹਿੰਦੇ ਨੇ, ਭਾਈ ਇਹ ਗਾਉਂਦੇ ਨੇ ਸ਼ਕਤੀਆਂ ਮਿਲ ਗਈਆਂ, ਤਾਕਤਾਂ ਮਿਲ ਗਈਆਂ, ਦੂਜੇ ਨੂੰ ਦਾਤਾਂ ਦੇਣ ਦੇ ਸਮਰੱਥ ਹੋਏ, ਹੁਣ ਤੂੰ ਵੀ ਗਾ, ਤੂੰ ਵੀ ਸਿਮਰਨ ਕਰ, ਤੂੰ ਵੀ ਤਾਕਤਾਂ ਦਾ ਮਾਲਕ ਬਣ ਜਾਏਗਾ। ਸਭ ਤੋਂ ਪਹਿਲਾਂ ਤੇ ਜੋ 5 ਵਿਸ਼ੇ ਵਿਕਾਰ ਨੇ ਉਹ ਕਾਬੂ ਹੋਣਗੇ। ਮਹਾਰਾਜ ਜੀ ਕਹਿੰਦੇ ਨੇ, ਸੋਹਣ ਸਦਾ ਸਵਾਰੇ, ਕਹਿੰਦੇ ਨੇ ਕਿ ਇਹ ਜਿੰਨੇ ਵੀ ਦੇਵੀ ਦੇਵਤੇ ਨੇ ਨਾ, ਈਸਰ, ਬਰਮਾ ਦੇਵੀ, ਸ਼ਿਵ ਜੀ, ਬ੍ਰਹਮਾ ਜੀ ਤੇ ਦੇਵੀਆਂ, ਇਹ ਸਵਾਰੇ ਹੋਏ ਨੇ, ਭਾਵ ਕਿ ਇਹਨਾਂ ਨੇ ਸਿਮਰਨ ਕਰ ਕਰਕੇ ਆਪਣੇ ਆਪ ਨੂੰ ਸਵਾਰ ਲਿਆ। ਇਹ ਪਰਮਾਤਮਾ ਜੀ ਆਪ ਜੀ ਨੂੰ ਸਾਰੇ ਗਾ ਰਹੇ ਹਨ। ਗਾਵਹਿ ਇੰਦ ਇੰਦਾਸਣ ਬੈਠੇ, ਦੇਵਤੇ ਆਦਰ ਨਾਲੇ। ਗਾਵਹਿ ਹੈ ਇੰਦ, ਅੱਗੇ ਅਲਫਾਜ਼ ਹੈ ਇਦਾਸਣ। ਕਈ ਇਹਨੂੰ ਇੰਦਰਾਸਣ ਕਹਿ ਦਿੰਦੇ ਆ ਜੀ, ਮੇਰੇ ਵਰਗੇ ਭੋਲੇ ਭਾਚ, ਕਈ ਇੰਦਾਸਣ, ਪਰ ਇਸ ਨੂੰ ਕਹਿਣਾ ਹੈ ਇਦਾਸਣ। ਚਲੋ ਮੰਨ ਲਓ ਵੀ ਜੇਕਰ ਨਹੀਂ ਬੋਲਿਆ ਜਾਂਦਾ, ਇਹਦੀ ਪ੍ਰੈਕਟਿਸ ਕਰੋ। ਈੜੀ ਨੂੰ ਸਿਹਾਰੀ ਇਹ, ਫਿਰ ਕਹੋ ਦਾਸਣ, ਇਹ ਦਾਸਣ, ਇਹ ਦਾਸਣ, ਇਦਾਸਣ। ਕੀ ਕਹਿਣਾ ਹੈ? ਇਦਾਸਣ। ਦੇਖ ਲਈਏ ਧਿਆਨ ਨਾਲ ਕਿ ਇੰਦਰਾਸਣ ਲਿਖਿਆ, ਇੰਦਾਸਣ ਲਿਖਿਆ ਕਿ ਇਦਾਸਣ ਲਿਖਿਆ। ਹੇ ਪ੍ਰਭੂ ਜੀ, ਜੋ ਇੰਦਰ ਦੇਵਤਾ ਹੈ, ਸਵਰਗ ਦਾ ਦੇਵਤਾ, ਉਹ ਆਪਣੇ ਸਿੰਘਾਸਨ ਤੇ ਬੈਠ ਕੇ ਤੇਰਾ ਸਿਮਰਨ ਕਰਦਾ, ਤੇਰੀ ਆਰਾਧਨਾ ਕਰਦਾ। ਉਸ ਨੂੰ ਪਤਾ ਹੈ ਕਿ ਜਿੰਨਾ ਵੀ ਮੈਨੂੰ ਸੁੱਖ ਮਿਲਿਆ ਇਹ ਤੇਰੇ ਸਿਮਰਨ, ਇਹ ਤੇਰੀ ਬੰਦਗੀ ਦੇ ਨਾਲ ਮਿਲਿਆ। ਤੇ ਜਿੰਨੇ ਵੀ ਦੇਵੀ ਦੇਵਤੇ ਨੇ ਉਹਨਾਂ ਨੂੰ ਵੀ ਹੁਕਮ ਕੀਤਾ ਹੈ ਕਿ ਭਾਈ ਸਵਰਗ ਦਾ ਰਾਜ ਬਚਣਾ ਹੀ ਤਾਂ ਹੈ ਜੇਕਰ ਸਿਮਰਨ ਕਰਾਂਗੇ। ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ। ਫਿਰ ਮਹਾਰਾਜ ਜੀ ਨੇ ਕਿਰਪਾ ਕੀਤੀ, ਭਾਵੇਂ ਕੋਈ ਸਿੱਧੀ ਨੂੰ ਹਾਸਲ ਕਰ ਚੁੱਕਾ ਹੈ, ਸਿੱਧੀ ਦਾ ਅਰਥ ਜੋ ਖਿਆਲ ਕੀਤਾ ਪੂਰਾ ਹੋ ਗਿਆ, ਜੋ ਬਚਨ ਕਰ ਦਿੱਤਾ ਰਸਨਾ ਤੋਂ ਪੂਰਾ ਹੋ ਗਿਆ। ਇਹ ਸ਼ਕਤੀਆਂ ਸੁਤੇ ਸਿੱਧ ਵਰਤਦੀਆਂ ਹਨ। ਆਪ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਤਿਹਾਸ ਜਿਸ ਵੇਲੇ ਸ਼ਰਵਣ ਕਰੋਗੇ ਨਾ ਜੀ, ਆਪਾਂ ਗੁਰੂ ਮਹਾਰਾਜ ਜੀ ਦੀ ਅਸੀਸ ਦੇ ਨਾਲ ਪ੍ਰਾਰੰਭ ਕਰਨਾ ਹੈ। ਮਹਾਰਾਜ ਜੀ ਬਚਨ ਕਰਦੇ ਹਨ, ਭਾਈ ਜੋ ਸ਼੍ਰੀ ਜਪਜੀ ਸਾਹਿਬ ਜੀ ਦੇ 21 ਪਾਠ ਕਰਦਾ ਉਹਦੀ ਰਸਨਾ ਤੇ ਪਰਮਾਤਮਾ ਵਸਦਾ ਹੈ, ਉਹਦੀ ਰਸਨਾ ਤੇ ਅੰਮ੍ਰਿਤ ਵਸਦਾ ਹੈ, ਉਹਦੀ ਰਸਨਾ ਪਵਿੱਤਰ ਹੋ ਜਾਂਦੀ ਹੈ। ਉਹ ਕਦੀ ਕਿਸੇ ਨੂੰ ਮਜ਼ਾਕ ਦੇ ਵਿੱਚ ਵੀ ਟਿੱਚਰ ਨਾ ਕਰੇ, ਮਜ਼ਾਕ ਦੇ ਵਿੱਚ ਵੀ ਭੈੜਾ ਬੋਲ, ਕੌੜਾ ਬੋਲ, ਤਿੱਖਾ ਬੋਲ, ਵੱਡਵਾਂ ਬੋਲ ਨਾ ਬੋਲੇ, ਕਿਉਂਕਿ ਪੂਰਾ ਹੋ ਜਾਣਾ। ਇਸ ਕਰਕੇ ਜੋ ਸਿੱਧੀ ਨੂੰ ਹਾਸਲ ਕਰਦੇ ਨੇ ਉਹਨਾਂ ਨੇ ਵੀ ਸਿੱਧੀ ਹਾਸਲ ਕੀਤੀ ਸਿਮਰਨ ਕਰ ਕਰਕੇ। ਜਦੋਂ ਸਮਾਧੀ ਵਿੱਚ ਜੁੜ ਗਏ, ਸਮਾਧੀ ਦੇ ਵਿੱਚ ਵੀ ਉਹ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਨ। ਫਿਰ ਕਹਿਣ ਲੱਗੇ, ਜਿਹੜੇ ਸਾਧੂ ਹਨ ਜੋ ਪਰਮੇਸ਼ਵਰ ਦੇ ਮਾਰਗ ਤੇ ਤੁਰੇ ਹੋਏ ਨੇ, ਉਹ ਵੀ ਇਹ ਪਰਮਾਤਮਾ ਤੇਰਾ ਸਿਮਰਨ ਕਰਦੇ ਨੇ, ਕਿਉਂਕਿ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੈ ਕਿ ਸਭ ਤੋਂ ਜ਼ਰੂਰੀ, ਸਭ ਤੋਂ ਕੀਮਤੀ ਸਾਡੇ ਲਾਹੇ ਦਾ ਸਿਰਫ ਸਿਮਰਨ ਹੈ। ਗੁਰੂ ਵਾਲੇ ਹੋਣ ਤੋਂ ਬਾਅਦ ਸਵਾਸ ਸਵਾਸ ਸਿਮਰਨ ਕੀਤਾ ਜਾਏ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਤੇਰੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਏਗਾ। ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ। ਭਾਵੇਂ ਕੋਈ ਬਹੁਤ ਵੱਡਾ ਜਤੀ ਹੈ, ਜਿਸ ਤਰ੍ਹਾਂ ਹਨੂਮਾਨ ਜੀ। ਫਿਰ ਕਹਿਣ ਲੱਗੇ, ਭਾਵੇਂ ਕੋਈ ਸਤੀ ਹੈ, ਵੱਡੇ ਵੱਡੇ ਦਾਨੀ ਹੋਏ ਨੇ ਜੀ, ਜੋ ਕਿ ਸਵਾ ਸਵਾ ਮਣ ਸੋਨਾ ਹੀ ਦਾਨ ਕਰਦੇ ਸਨ ਇੱਕ ਬੰਦੇ ਨੂੰ, ਤੇ ਹਜ਼ਾਰਾਂ ਲੋਕ ਅੱਗੇ ਖੜੇ ਹੁੰਦੇ ਸਨ। ਕਰਨ ਵਰਗੇ ਦਾਨੀ ਵੀ ਹੋਏ। ਫਿਰ ਕਹਿਣ ਲੱਗੇ ਸੰਤੋਖੀ,
ਐਸੇ ਸੰਤੋਖੀ ਵੀ ਹੋਏ ਕਿ ਜੇ ਪ੍ਰਸ਼ਾਦਾ ਮਿਲ ਗਿਆ ਠੀਕ ਆ, ਨਹੀਂ ਤੇ ਪਰਮੇਸ਼ਵਰ ਦੀ ਬੰਦਗੀ ਵਿੱਚ ਜੁੜੇ ਹੋਏ ਆ। ਗਾਵਹਿ ਵੀਰ ਕਰਾਰੇ, ਤੇ ਬੜੇ ਵੱਡੇ ਵੱਡੇ ਸੂਰਮੇ ਨੇ, ਯੋਧੇ ਨੇ। ਇਹਨਾਂ ਸਾਰਿਆਂ ਦੇ ਅੰਦਰ ਭਰੋਸਾ ਇੰਨਾ ਵੱਜ ਗਿਆ ਕਿ ਜੇਕਰ ਸਾਡੇ ਕੋਲ ਜ਼ੋਰ ਰਹੇ, ਸਾਡੇ ਅੰਦਰ ਸੂਰਮਤਾਈ ਦੀ ਤਾਕਤ ਸੰਪੂਰਨ ਰਹੇ, ਤੇ ਕੀ ਕਰੀਏ? ਸਿਮਰਨ ਕਰੀਏ। ਗਾਵਹਿ ਵੀਰ ਕਰਾਰੇ। ਸੰਤੋਖੀ ਬੰਦੇ ਨੂੰ ਸਮਝ ਲੱਗੀ ਕਿ ਸੰਤੋਖ ਤਾਂ ਪਰਮਾਤਮਾ ਦੇ ਸਿਮਰਨ ਵਿੱਚ ਹੀ ਆ। ਸੰਤੋਖੀ ਨੇ ਵੀ ਸਿਮਰਨ ਸ਼ੁਰੂ ਕੀਤਾ, ਯੋਧਿਆਂ ਨੇ ਵੀ ਸਿਮਰਨ ਸ਼ੁਰੂ ਕੀਤਾ। ਜੋ ਸਤੀ ਦਾਨ ਦੇਣ ਵਾਲੇ, ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਘਰ 'ਚ ਕੋਈ ਟੋਟਾ ਨਾ ਆਵੇ, ਸਿਮਰਨ ਕਰੀਏ। ਤੇ ਜਤੀਆਂ ਨੂੰ ਪਤਾ ਹੈ ਕਿ ਸਾਡਾ ਸੱਤ ਕਿਤੇ ਭੰਗ ਹੀ ਨਾ ਹੋ ਜਾਏ। ਭੰਗ ਹਮੇਸ਼ਾ ਸਾਡਾ ਮਨ ਹੀ ਕਰਦਾ ਹੈ। ਇਸ ਕਰਕੇ ਪਰਮਾਤਮਾ ਦੇ ਆਰਾਧਨ ਤੋਂ ਬਿਨਾਂ ਦੂਜਾ ਕੋਈ ਚਾਰਾ ਨਹੀਂ ਹੈ। ਗਾਵਨ ਪੰਡਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਭਾਵੇਂ ਬਹੁਤ ਸਿਆਣੇ ਵਿਦਵਾਨ, ਵੈਲ ਕੁਆਲੀਫਾਈਡ ਪਰਸਨ, ਸਕੋਲਰ ਬੰਦੇ, ਕਹਿੰਦੇ ਭਾਵੇਂ ਪੰਡਤ ਹੈ, ਭਾਵੇਂ ਕੋਈ ਮਹਾਰਿਸ਼ੀ ਹੈ, ਜੋ ਵੇਦਾਂ ਨੂੰ ਪੜ੍ਹਦੇ ਹਨ, ਧਾਰਮਿਕ ਗ੍ਰੰਥਾਂ ਨੂੰ ਪੜ੍ਹ ਰਹੇ ਹਨ, ਤੇ ਅੱਗੇ ਸ਼ਬਦ ਵਰਤਣਾ ਹੈ ਜੁਗ ਜੁਗ। ਜੁਗ ਜੁਗ ਨਹੀਂ ਕਹਿਣਾ। ਕੀ ਕਹਾਂਗੇ? ਜੁਗ ਜੁਗ। ਆਪਾਂ ਸ਼ਬਦ ਪੜ੍ਹਦੇ ਹਾਂ ਨਾ ਜੀ, ਹਰ ਜੁਗ, ਆਪਾਂ ਪੜ੍ਹਦੇ ਹਾਂ ਹਰ ਜੁਗ ਜੁਗ ਭਗਤ ਉਪਾਏ। ਉਹ ਜੁਗ ਜੁਗ ਦੀ ਸਮਝ ਹੀ ਨਹੀਂ ਆਉਂਦੀ ਕਿ ਉਹ ਯੱਯਾ ਦਾ ਪੈ ਗਿਆ ਕਿ ਜੱਜਾ ਦਾ ਪੈ ਗਿਆ। ਇਹ ਹੈ ਜੱਜਾ। ਜੱਜੇ ਉੱਤੇ ਬੋਲਣ ਵਿੱਚ ਅਦਕ ਆਏਗਾ। ਹਰ ਜੁਗ ਜੁਗ ਭਗਤ ਉਪਾਇਆ। ਇਸੇ ਤਰ੍ਹਾਂ ਹੀ ਗਾਵਨ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ। ਹੇ ਪ੍ਰਭੂ, ਸਾਰੇ ਹੀ ਵਿਦਵਾਨ, ਸਾਰੇ ਹੀ ਵੱਡੇ ਵੱਡੇ ਰਿਸ਼ੀ ਜੋ ਵੇਦਾਂ ਨੂੰ ਪੜ੍ਹਦੇ ਨੇ, ਉਹ ਸਾਰੇ ਹੀ ਤੈਨੂੰ ਗਾ ਰਹੇ ਨੇ, ਇੱਥੋਂ ਤੱਕ ਕਿ ਵੇਦ ਵੀ ਤੈਨੂੰ ਹੀ ਗਾ ਰਹੇ ਹਨ। ਗਾਵਹਿ ਮੋਹਣੀਆ ਮਨ ਮੋਹਨ, ਸੁਰਗਾ ਮਛ ਪਿਆਲੇ। ਜਿਨ੍ਹਾਂ ਦੇ ਬਾਬਤ ਅਸੀਂ ਸੁਣਦੇ ਹਾਂ ਕਿ ਸਵਰਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬਹੁਤ ਸੁੰਦਰ ਇਸਤਰੀਆਂ ਦਾ ਵਾਸਾ ਹੈ, ਅਪਛਰਾਵਾਂ ਦਾ ਵਾਸਾ ਹੈ। ਮਹਾਰਾਜ ਜੀ ਕਹਿੰਦੇ ਨੇ ਉਹ ਸਵਰਗ ਲੋਕ ਦੇ ਵਿੱਚ ਸੁਣੀਦਾ ਹੈ ਕਿ ਸਵਰਗ ਲੋਕ ਵਿੱਚ ਰਹਿੰਦੀਆਂ ਨੇ, ਮਾਤ ਲੋਕ ਵਿੱਚ ਵੀ ਰਹਿੰਦੀਆਂ ਨੇ, ਪਤਾਲ ਲੋਕ ਦੇ ਵਿੱਚ ਵੀ ਰਹਿੰਦੀਆਂ ਨੇ। ਇੱਥੇ ਇਸਤਰੀ ਦਾ ਅਰਥ ਜਿਵੇਂ ਪੁਰਸ਼ ਤੇ ਇਸਤਰੀ ਹੈ, ਇਹਦਾ ਅਰਥ ਇਹ ਨਹੀਂ ਹੈ। ਇਸ ਦਾ ਅਰਥ ਹੈ ਹਰ ਇੱਕ ਉਹ ਇਸਤਰੀ ਵਾਚਕ ਵਸਤੂ ਜਿਹੜੀ ਚੀਜ਼ ਸਾਨੂੰ ਮੋਹ ਲੈਂਦੀ ਹੈ, ਉਸ ਨੂੰ ਇਸਤਰੀ ਵਾਚਕ ਕਹਿੰਦੇ ਨੇ। ਤੇ ਕਹਿੰਦੇ ਨੇ ਹੇ ਪ੍ਰਭੂ, ਤੁਸੀਂ ਧਰਤ ਲੋਕ, ਆਕਾਸ਼ ਲੋਕ, ਪਤਾਲ ਲੋਕ ਦੇ ਵਿੱਚ ਮਨਮੋਹਣੀਆਂ ਵਸਤੂਆਂ ਪੈਦਾ ਕੀਤੀਆਂ ਜੋ ਕਿ ਇਸਤਰੀ ਦਾ ਹੀ ਵਾਚਕ ਹਨ, ਇਸਤਰੀ ਰੂਪ ਹਨ। ਉਹ ਸਾਰੇ ਸੰਸਾਰ ਨੂੰ, ਸਾਰੀ ਸ੍ਰਿਸ਼ਟੀ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਹਨ, ਜਿਸ ਨੂੰ ਅਸੀਂ ਮਾਇਆ ਕਹਿੰਦੇ ਹਾਂ ਜੀ। ਮਾਇਆ ਦੇ ਵਿੱਚੋਂ ਤਿੰਨੇ ਗੁਣ ਪੈਦਾ ਹੋਏ, ਰਜੋ ਤਮੋ ਸਤੋ, ਤੇ ਇਸ ਤੋਂ ਅੱਗੇ ਇਹਦੇ ਬੱਚੇ ਪੈਦਾ ਹੁੰਦੇ ਆ, ਪ੍ਰਕਾਰ ਪੈਦਾ ਹੁੰਦੇ ਆ ਜੀ। ਤੇ ਕਹਿੰਦੇ ਨੇ ਇਹ ਜੋ ਮਾਇਆ ਹੈ ਇਹ ਵੀ ਪਰਮੇਸ਼ਵਰ ਨੂੰ ਗਾ ਰਹੀ ਹੈ। ਇਹ ਜਿੰਨੀਆਂ ਵੀ ਤਾਕਤਾਂ ਨੇ ਜੋ ਮਨ ਨੂੰ ਮੋਹਦੀਆਂ ਹਨ, ਇਹ ਵੀ ਪਰਮੇਸ਼ਵਰ ਨੂੰ ਹੀ ਗਾ ਰਹੀਆਂ ਹਨ। ਇਸ ਕਰਕੇ ਬੰਦਿਆ, ਹੁਣ ਤੂੰ ਦੱਸ, ਤੂੰ ਕਦੋਂ ਗਾਉਣਾ? ਗਾਵਨ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਦੇਖ, ਜੋ ਵੀ ਪਰਮੇਸ਼ਵਰ ਨੇ 68 ਤੀਰਥ ਪੈਦਾ ਕੀਤੇ ਨੇ, ਜਿਨ੍ਹਾਂ 68 ਤੀਰਥਾਂ ਨੂੰ ਰਤਨ ਕਰਕੇ ਜਾਣਿਆ ਜਾਂਦਾ ਹੈ ਕਿ ਜਿਨ੍ਹਾਂ ਨੇ 68 ਤੀਰਥਾਂ 'ਤੇ ਇਸ਼ਨਾਨ ਕਰ ਲਿਆ, ਉਸ ਬੰਦੇ ਨੂੰ ਮੁਕਤੀ ਮਿਲ ਜਾਂਦੀ ਹੈ। ਮਹਾਰਾਜ ਜੀ ਕਹਿੰਦੇ ਨੇ 68 ਤੀਰਥ ਕਿਹਨਾਂ ਨੇ ਪੈਦਾ ਕੀਤੇ? ਮਹਾਂਪੁਰਖਾਂ ਨੇ। ਤੇ ਮਹਾਂਪੁਰਖਾਂ ਨੂੰ ਕਿਹਨੇ ਪੈਦਾ ਕੀਤਾ? ਗੁਰੂ ਕੇ ਸ਼ਬਦ ਨੇ, ਸਿਮਰਨ ਨੇ। ਤੇ ਜੇਕਰ ਸਿਮਰਨ ਦੇ ਨਾਲ ਹੀ ਸਾਰਾ ਕੁਝ ਪੈਦਾ ਹੋਇਆ ਤੇ ਧਿਆਨ ਨਾਲ ਦੇਖ, 68 ਤੀਰਥ ਵੀ ਪਰਮੇਸ਼ਵਰ ਨੂੰ ਗਾ ਰਹੇ ਹਨ, ਪਰਮੇਸ਼ਵਰ ਦੀ ਆਰਾਧਨਾ ਕਰਦੇ ਪਏ ਹਨ।
ਅੱਗੇ ਮਹਾਰਾਜ ਜੀ ਨੇ ਦਇਆ ਵਰਤਾਈ। ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ। ਜਿਤਨੇ ਵੀ ਯੋਧੇ ਹਨ, ਜਿਤਨੇ ਵੀ ਮਹਾਬਲੀ ਹਨ, हे ਪ੍ਰਭੂ ਸਾਰੇ ਹੀ ਆਪ ਜੀ ਨੂੰ ਗਾ ਰਹੇ ਹਨ। ਫਿਰ ਕਹਿਣ ਲੱਗੇ ਜੋ ਚਾਰੇ ਖਾਣੀਆਂ ਨੇ ਨਾ ਜੀ, ਅੰਡਜ, ਜੇਰਜ, ਸੇਤਜ, ਉਤਪੁਜ, ਉਹ ਸਾਰੇ ਹੀ ਆਪ ਜੀ ਨੂੰ ਗਾ ਰਹੇ ਹਨ। ਹੁਣ ਅੰਡਜ, ਅੰਡਜ ਦਾ ਅਰਥ ਹੈ ਜੋ ਆਂਡਿਆਂ ਦੇ ਵਿੱਚੋਂ ਬੱਚੇ ਪੈਦਾ ਹੁੰਦੇ ਨੇ, ਜਿਵੇਂ ਮੁਰਗੀਆਂ ਦੇ ਹੋ ਗਏ ਜੀ, ਕਬੂਤਰੀ ਦੇ ਹੋ ਗਏ ਬੱਚੇ, ਆਂਡਿਆਂ 'ਚ ਪੈਦਾ ਹੁੰਦੇ। ਫਿਰ ਅੱਗੇ ਆ ਗਿਆ ਜੇਰਜ, ਜਿਵੇਂ ਪਸ਼ੂਆਂ ਦੇ, ਗਾਂ ਦੇ, ਮੱਝ ਦੇ ਜਾਂ ਮਨੁੱਖ ਦਾ, ਇਹ ਜੇਰ ਵਿੱਚੋਂ ਪੈਦਾ ਹੁੰਦੇ ਨੇ। ਅੰਡਜ, ਜੇਰਜ, ਸੇਤਜ। ਸੇਤਜ ਦਾ ਅਰਥ ਹੁੰਦਾ ਹੈ ਸਵੈਤਜ। ਸਵੈਤਜ ਦਾ ਅਰਥ ਹੁੰਦਾ ਹੈ ਮੁੜਕਾ। ਮੁੜਕਾ ਕਹੀਏ ਪਸੀਨੇ ਨੂੰ। ਜੋ ਸਾਨੂੰ ਪਸੀਨਾ ਆਉਂਦਾ ਹੈ ਉਹਦੇ ਵਿੱਚੋਂ ਸਰੀਰ ਦੇ ਉੱਤੇ ਪੈਦਾ ਹੋਣ ਵਾਲੀਆਂ ਚੰਮ ਜੂਆਂ ਪੈਦਾ ਹੁੰਦੀਆਂ ਨੇ, ਸਿਰ ਦੇ ਉੱਤੇ ਜੂਆਂ ਪੈਦਾ ਹੁੰਦੀਆਂ ਨੇ। ਕੁਛ ਜੀਵ ਜੋ ਮੁੜਕੇ ਦੇ ਨਾਲ ਪੈਦਾ ਹੁੰਦੇ ਨੇ। ਫਿਰ ਅੱਗੇ ਸ਼ਬਦ ਵਰਤਿਆ ਅੰਡਜ, ਜੇਰਜ, ਸੇਤਜ, ਉਤਪੁਜ। ਉਤਪੁਜ ਧਰਤੀ ਵਿੱਚੋਂ ਪੈਦਾ ਹੋਣ ਵਾਲੇ ਜੀਵ। ਸਾਰਿਆਂ ਨੂੰ ਚਾਰ ਖਾਣੀਆਂ ਦੇ ਵਿੱਚ ਵੰਡਿਆ ਜੀ। ਚਾਰ ਪਾਸੇ ਇਹਦੇ ਭਾਗ ਕੀਤੇ ਗਏ। ਹੇ ਸੱਚੇ ਪਾਤਸ਼ਾਹ ਸਾਰੇ ਹੀ ਤੈਨੂੰ ਗਾ ਰਹੇ ਨੇ, ਸਾਰੇ ਹੀ ਤੈਨੂੰ ਗਾ ਰਹੇ ਨੇ। ਤੇ ਜਿਸ ਵੇਲੇ ਕਿਸੇ ਦਾ ਸਿਮਰਨ ਟੁੱਟ ਜਾਂਦਾ ਹੈ, ਉਹ ਆਂਡੇ ਦੇ ਵਿੱਚ ਹੀ ਬੱਚੇ ਦੀ ਮੌਤ ਹੋ ਜਾਂਦੀ ਹੈ, ਮਾਂ ਦੇ ਢਿੱਡ ਵਿੱਚ ਹੀ ਬੱਚੇ ਦੀ ਮੌਤ ਹੋ ਜਾਂਦੀ ਹੈ। ਆਪ ਜੀ ਨੂੰ ਪਤਾ ਹੋਏਗਾ, ਜਿਹੜੇ ਬੱਚੇ ਮਾਤਾ ਦੇ ਗਰਭ ਦੇ ਵਿੱਚ ਹੀ ਚੜ੍ਹਾਈ ਕਰ ਜਾਂਦੇ ਹਨ, ਤੇ ਉਹਦਾ ਮੂਲ ਕਾਰਨ ਇਹ ਹੁੰਦਾ ਹੈ ਕਿ ਉਹ ਜੋ ਬੱਚਾ ਹੈ ਉਹਦਾ ਸਿਮਰਨ ਟੁੱਟ ਗਿਆ। ਦੇਖੋ, ਸਿਮਰਨ ਟੁੱਟ ਗਿਆ, ਬੰਦਗੀ ਦੇ ਵਿੱਚੋਂ ਧਿਆਨ ਉਖੜ ਗਿਆ ਤੇ ਉਹਦੀ ਮੌਤ ਹੋ ਗਈ। ਇਸੇ ਤਰ੍ਹਾਂ ਜਿਹਦਾ ਸਿਮਰਨ ਇਸ ਧਰਤੀ ਤੇ ਆ ਕੇ ਟੁੱਟ ਗਿਆ, ਉਹ ਮਰਿਆ ਹੀ ਸਮਝੋ, ਉਹ ਜਿਉਂਦਾ ਨਹੀਂ ਹੈ। ਅੱਗੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ। ਅਸੀਂ ਹੁਣ ਇੱਕ ਇੱਕ ਸ਼ਬਦ ਨੂੰ ਸਮਝਾਂਗੇ, ਟਿਊਕ ਮਾਤਰ ਹੀ। ਗਾਵਹਿ ਖੰਡ, ਇੱਥੇ ਖੰਡ ਦਾ ਅਰਥ ਹੁੰਦਾ ਹੈ ਪਾਟ। ਪਾਟ ਕਹੀਏ ਟੋਟੇ ਨੂੰ, ਤੇ ਟੋਟਾ ਕੀ ਹੈ ਜੀ? ਧਰਤੀ। ਹੇ ਪ੍ਰਭੂ ਤੈਨੂੰ ਧਰਤੀਆਂ ਗਾ ਰਹੀਆਂ ਹਨ। ਇੱਥੇ ਜੋ ਖੰਡ ਹੈ, ਇਹ ਡੱਡੇ ਨੂੰ ਜੇ ਔਂਕੜ ਹੁੰਦਾ ਫਿਰ ਸੀ ਇੱਕ ਧਰਤੀ, ਡੱਡੇ ਨੂੰ ਔਂਕੜ ਨਹੀਂ ਹੈ। ਇਹਦਾ ਅਰਥ ਹੈ ਹਰ ਇੱਕ ਧਰਤੀ, ਅਨੇਕਾਂ ਹੀ ਧਰਤੀਆਂ। ਹੇ ਪਰਮਾਤਮਾ ਤੇਰੀ ਸਿਫਤ ਸਲਾਹ ਦੇ ਵਿੱਚ ਅਨੇਕਾਂ ਹੀ ਧਰਤੀਆਂ ਸਿਫਤ ਸਲਾਹ ਕਰਦੀਆਂ ਪਈਆਂ ਨੇ, ਜੁੜੀਆਂ ਨੇ, ਉਹਨਾਂ ਦਾ ਧਿਆਨ ਤੇਰੇ ਵਿੱਚ ਜੁੜਿਆ ਹੋਇਆ ਹੈ। ਖੰਡ ਦਾ ਅਰਥ ਹੈ ਧਰਤੀ, ਧਰਤੀ ਤੋਂ ਬਾਅਦ ਅਨੇਕਾਂ ਧਰਤੀਆਂ। ਤੇ ਉਹ ਧਰਤੀ ਆਪਾਂ ਕਿਸੇ ਵੀ ਥਾਂ ਦੀ ਲਾ ਸਕਦੇ ਹਾਂ, ਭਾਵੇਂ ਪਤਾਲ ਲੋਕ ਦੀ ਲਾ ਲਵੋ, ਭਾਵੇਂ ਇਸ ਧਰਤ ਲੋਕ ਦੀ ਲਾ ਲਵੋ, ਭਾਵੇਂ ਕੈਨੇਡਾ ਲਾ ਲਵੋ, ਭਾਵੇਂ ਅਮਰੀਕਾ ਲਾ ਲਵੋ। ਜਿੱਥੇ ਵੀ ਕੋਈ ਵੀ ਜੀਵਨ ਸ਼ੈਲੀ ਵਰਤ ਰਹੀ ਹੈ, ਉਸਨੂੰ ਕਹਿੰਦੇ ਨੇ ਖੰਡ। ਗਾਵੈ ਹੈ ਖੰਡ। ਅੱਗੇ ਸ਼ਬਦ ਹੈ ਮੰਡਲ। ਮੰਡਲ ਦਾ ਅਰਥ ਹੁੰਦਾ ਹੈ, ਜਿਸ ਤਰ੍ਹਾਂ ਕੋਈ ਚੀਜ਼ ਰਾਊਂਡ ਹੁੰਦੀ ਹੈ ਨਾ ਜੀ, ਗੋਲ, ਉਸ ਨੂੰ ਮੰਡਲ ਕਹਿ ਦਿੰਦੇ ਨੇ। ਮੰਡਲ ਦਾ ਅਰਥ ਹੁੰਦਾ ਹੈ ਕਿਸੇ ਚੀਜ਼ ਦਾ ਇੱਕ ਰਾਊਂਡ ਮਾਰਨਾ, ਇੱਕ ਵਾਰ ਪਰਿਕਰਮਾ। ਤੇ ਜਿਸ ਵੇਲੇ ਇੱਕ ਪਰਿਕਰਮਾ ਅਸੀਂ ਗਿਣੀਏ, ਤੇ ਇੱਕ ਸੂਰਜ ਤੇ ਇੱਕ ਚੰਦਰਮਾ ਤੇ ਇੱਕ ਧਰਤੀ, ਇਹ ਸਾਰੇ ਹੀ ਪਰਿਕਰਮਾ ਦੇ ਵਿੱਚ ਆ ਜਾਂਦੇ ਨੇ। ਪਹਿਲਾਂ ਧਰਤੀਆਂ ਦੀ ਗੱਲ ਕੀਤੀ, ਫਿਰ ਗੱਲ ਕੀਤੀ ਮੰਡਲ ਦੀ। ਮੰਡਲ ਦਾ ਅਰਥ ਹੇ ਪ੍ਰਭੂ, ਹੇ ਪ੍ਰਮਾਤਮਾ ਜੀ, ਸੰਪੂਰਨ ਬ੍ਰਹਿਮੰਡ ਦਾ ਜੋ ਇੱਕ ਚੱਕਰ ਹੈ ਨਾ ਜੀ, ਉਹ ਵੀ ਆਪ ਜੀ ਨੂੰ ਗਾ ਰਿਹਾ ਹੈ। ਹੁਣ ਸੰਪੂਰਨ ਬ੍ਰਹਿਮੰਡ ਦੇ ਚੱਕਰ ਵਿੱਚ ਜੋ ਵੀ ਪਾਰਟੀਕਲ ਆ ਗਏ, ਜਾਂ ਫਿਰ ਜੋ ਵੀ ਗ੍ਰਹਿ ਨਕਸ਼ਤਰ ਆ ਗਏ,
ਉਹ ਸਾਰੇ ਹੀ ਆਪ ਜੀ ਨੂੰ ਗਾ ਰਹੇ ਹਨ। ਫਿਰ ਅੱਗੇ ਵਰਭੰਡਾ। ਵਰਭੰਡਾ ਦਾ ਅਰਥ ਹੈ ਸਾਰੀ ਸ੍ਰਿਸ਼ਟੀ, ਜੋ ਵੀ ਆਪ ਜੀ ਨੇ ਕਾਇਨਾਤ ਰਚੀ ਹੈ। ਗਾਵੈ ਹੈ ਖੰਡ ਮੰਡਲ ਵਰਭੰਡਾ, ਕਰ ਕਰ ਰੱਖੇ ਧਾਰੇ। ਇਹ ਆਪ ਜੀ ਨੇ ਹੀ ਪੈਦਾ ਕੀਤੇ ਨੇ, ਆਪ ਜੀ ਨੇ ਹੀ ਇਹਨਾਂ ਨੂੰ ਟਿਕਾਇਆ ਹੋਇਆ ਹੈ, ਆਪ ਜੀ ਨੇ ਹੀ ਇਹਨਾਂ ਨੂੰ ਕੰਮੀ ਲਾਇਆ ਹੋਇਆ ਹੈ। ਇਸ ਕਰਕੇ ਇਹਨਾਂ ਨੂੰ ਪਤਾ ਹੈ ਕਿ ਤੁਹਾਡੀ ਆਰਾਧਨਾ ਕਰ ਕਰਕੇ ਸਾਡਾ ਅਸਤਿਤਵ ਕਾਇਮ ਰਹੇਗਾ। ਇਹ ਸਾਰੇ ਹੀ ਇਹ ਪ੍ਰਮਾਤਮਾ ਆਪ ਜੀ ਨੂੰ ਗਾਉਂਦੇ ਹਨ। ਸੇ ਤੁਧਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਮਤ ਕੋਈ ਸੋਚੇ ਕਿ ਕੋਈ ਵੀ ਬੰਦਾ ਪ੍ਰਮਾਤਮਾ ਦਾ ਸਿਮਰਨ ਕਰ ਸਕਦਾ ਹੈ। ਮਹਾਰਾਜ ਜੀ ਹਉਮੈ ਦਾ ਨਾਸ਼ ਕਰਦੇ ਨੇ, ਕਹਿ ਰਹੇ ਨੇ ਜਦੋਂ ਪਰਮਾਤਮਾ ਨੂੰ ਕੋਈ ਚੰਗਾ ਲੱਗ ਜਾਂਦਾ ਹੈ, ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਕੋਈ ਆ ਜਾਂਦਾ ਹੈ, ਫਿਰ ਪਰਮਾਤਮਾ ਉਹਦੀ ਝੋਲੀ ਦੇ ਵਿੱਚ ਆਪਣੀ ਇਲਾਹੀ ਦਾਤ ਸਿਮਰਨ ਦੀ ਦਾਤ ਪਾ ਦਿੰਦਾ ਹੈ। ਹੋਰ ਕੇਤੇ ਗਾਵ ਸੇਈ ਤੁਧਨੋ ਗਾਵਹਿ, ਉਹੀ ਆਪ ਜੀ ਨੂੰ ਗਾਉਂਦੇ ਹਨ ਪ੍ਰਮਾਤਮਾ ਜੀ, ਜੋ ਤੁਧ ਭਾਵਨ, ਜੋ ਆਪ ਜੀ ਨੂੰ ਚੰਗੇ ਲੱਗਦੇ ਹਨ। ਰੱਤੇ ਤੇਰੇ ਭਗਤ ਰਸਾਲੇ, ਫਿਰ ਉਹ ਨਾਮ ਦੇ ਰੰਗ ਵਿੱਚ ਰੱਤੇ ਹੋਏ, ਪ੍ਰੇਮ ਦੇ ਰੰਗ ਵਿੱਚ ਰੱਤੇ ਹੋਏ ਜਿਸ ਵੇਲੇ ਆਪ ਜੀ ਨੂੰ ਗਾਉਂਦੇ ਹਨ ਤੇ ਉਹਨਾਂ ਦੇ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ। ਉਹਨਾਂ ਦਾ ਅੰਦਰ ਆਪ ਜੀ ਦੇ ਮਿਲਾਪ ਵਾਸਤੇ ਹੋਰ ਵੀ ਚਾਉ ਵਿੱਚ ਉਮਾ ਵਿੱਚ ਖਿੜਦਾ ਤੇ ਆਪ ਜੀ ਨੂੰ ਮਿਲਣ ਵਾਸਤੇ ਉਹ ਬੈਰਾਗੀ ਹੋ ਕੇ ਤੇ ਸਰਵ ਉੱਚ ਉਪਾਧੀ ਨੂੰ ਹਾਸਲ ਕਰਦੇ ਨੇ, ਜਿਸ ਸਰਵ ਉੱਚ ਉਪਾਧੀ ਨੂੰ ਅਸੀਂ ਭਗਤੀ ਦੀ ਉਪਾਧੀ, ਭਗਤ ਦੀ ਉਪਾਧੀ ਕਹਿੰਦੇ ਹਾਂ। ਹੋਰ ਕੀਤੇ ਗਾਵਨ, ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਹੇ ਪ੍ਰਭੂ, ਬਾਕੀ ਜਿੰਨੇ ਵੀ ਤੈਨੂੰ ਗਾ ਰਹੇ ਹਨ ਉਹਨਾਂ ਦਾ ਪਤਾ ਹੀ ਨਹੀਂ, ਕਿੰਨੇ ਕੁ ਤੈਨੂੰ ਗਾ ਰਹੇ ਨੇ, ਉਹ ਤਾਂ ਮੇਰੇ ਖਿਆਲ ਵਿੱਚ ਵੀ ਆ ਨਹੀਂ ਸਕਦੇ। ਮੈਂ ਕੀ ਵਿਚਾਰ ਕਰ ਸਕਦਾ ਹਾਂ ਕਿ ਸੰਪੂਰਨ ਸ੍ਰਿਸ਼ਟੀ, ਸੰਪੂਰਨ ਖੰਡਾਂ ਬ੍ਰਹਿਮੰਡਾਂ ਵਿੱਚ ਇੱਕ ਇੱਕ ਦੀ ਗਿਣਤੀ ਮੈਂ ਕੀ ਕਰਾਂ। ਬਸ ਇੰਨਾ ਜਾਣਦਾ ਹਾਂ, ਸਾਰਿਆਂ ਦਾ ਅੰਦਰ ਜਾਗਦਾ ਤਾਂ ਪਿਆ ਹੈ ਕਿਉਂਕਿ ਸਾਰੇ ਹੀ ਤੈਨੂੰ ਜਪਦੇ ਹਨ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਮਹਾਰਾਜ ਜੀ ਸਾਡਾ ਵਿਸ਼ਵਾਸ ਬਣਾਉਂਦੇ ਹਨ, ਤੁਸੀਂ ਭਰੋਸਾ ਕਰੋ। ਸੋਈ ਸੋਈ ਸਦਾ ਸੱਚ ਸਾਹਿਬ, ਇਸ ਨੂੰ ਸਾਹਿਬ ਨਹੀਂ ਕਹਿਣਾ, ਸਾਹਿਬ ਕਹਾਂਗੇ, ਸੱਸੇ ਨੂੰ ਕੰਨਾ। ਉਹ ਪਰਮੇਸ਼ਵਰ ਸਦੀਵ ਕਾਲ ਵਾਸਤੇ ਹਰ ਸਮੇਂ ਦੇ ਵਿੱਚ ਅਟਲ ਹੈ, ਸਥਿਰ ਹੈ, ਸਾਰਿਆਂ ਦਾ ਮਾਲਕ ਹੈ ਤੇ ਸੱਚਾ ਹੈ। ਸਾਚਾ ਸਾਚੀ ਨਾਈ, ਪਰਮੇਸ਼ਵਰ ਦੀ ਜੋ ਸਿਫਤ ਹੈ, ਜੋ ਵਡਿਆਈ ਹੈ, ਜੋ ਉਹਦੀ ਆਰਾਧਨਾ ਹੈ, ਉਹ ਵੀ ਸਦੀਵ ਕਾਲ ਵਾਸਤੇ ਅਟਲ ਹੈ। ਜੇ ਸਾਨੂੰ ਹੁਣ ਪਤਾ ਲੱਗ ਜਾਏ ਕਿ ਸਾਰੀ ਤਾਕਤ ਹੀ ਪਰਮਾਤਮਾ ਕੋਲ ਹੈ ਤੇ ਫਿਰ ਜੇਕਰ ਅਸੀਂ ਸਿਮਰਨ ਨਾ ਕਰੀਏ ਤੇ ਇਹਦਾ ਅਰਥ ਇਹੀ ਹੈ ਕਿ ਬੰਦਾ ਖੁਦ ਹੀ ਆਪਣੇ ਅੰਦਰ ਨੂੰ ਸੁੱਖ ਨਹੀਂ ਦੇਣਾ ਚਾਹੁੰਦਾ, ਬੰਦਾ ਜਾਣ ਬੁੱਝ ਕੇ ਕੁਝ ਕਰਨ ਲਈ ਤਿਆਰ ਹੀ ਨਹੀਂ ਹੈ। ਇਹ ਪੰਕਤੀਆਂ ਸਾਨੂੰ ਇਹ ਦਰਸਾ ਰਹੀਆਂ ਹਨ ਕਿ ਤੇਰੇ ਅੰਦਰ ਭਰੋਸਾ ਪੈਦਾ ਹੋ ਜਾਏ, ਸਭ ਕੁਝ ਹੀ ਪਰਮਾਤਮਾ ਹੈ। ਜਦ ਸਾਰੀਆਂ ਸ਼ਕਤੀਆਂ ਉਹਦੀਆਂ, ਵੱਡੀਆਂ ਵੱਡੀਆਂ ਤਾਕਤਾਂ ਜਿਨ੍ਹਾਂ ਤੋਂ ਤੂੰ ਡਰਦਾ ਆ, ਦੇਖ ਕਿਤੇ ਪ੍ਰਹਿਲਾਦ ਅੱਗ ਦੇ ਵਿੱਚ ਬਹਿ ਗਿਆ। ਹੁਣ ਅੱਗ ਕਿਉਂ ਨਹੀਂ ਸਾੜ ਸਕੀ, ਉਹ ਗੱਲ ਵੱਖਰੀ ਅਸੀਂ ਕਹੀਏ ਜੀ। ਹੋਲਕਾ ਨੇ ਆਪਣੇ ਉੱਤੇ ਇੱਕ ਵਾਰ ਵਾਲੀ ਲੋਈ ਲਈ ਸੀ, ਇੱਕ ਚੁੰਨੀ ਲਈ ਸੀ, ਉੱਡ ਕੇ ਪ੍ਰਹਿਲਾਦ ਤੇ ਪੈ ਗਈ। ਜੇ ਨਾ ਵੀ ਲਈ ਹੁੰਦੀ ਤੇ ਤਾਂ ਵੀ ਭਗਤ ਪ੍ਰਹਿਲਾਦ ਨੇ ਸੜਨਾ ਨਹੀਂ ਸੀ। ਕਿਉਂ ਨਹੀਂ ਸੀ ਸੜਨਾ? ਕਿਉਂਕਿ ਅੱਗ ਤੇ ਰੱਬ ਨੇ ਪੈਦਾ ਕੀਤੀ ਹੋਈ, ਤੇ ਜੇ ਰੱਬ ਨੇ ਅੱਗ ਪੈਦਾ ਕੀਤੀ ਤੇ ਜਿਹੜਾ ਰੱਬ ਦਾ ਭਗਤ ਆ, ਅੱਗ ਨੂੰ ਕਿਵੇਂ ਸਾੜ ਸਕਦੀ ਹੈ ਜੀ? ਨੌਕਰਾਣੀ ਮਾਲਕ ਦੇ ਬੱਚੇ ਨੂੰ ਕਿਵੇਂ ਸਾੜ ਸਕਦੀ ਆ? ਕਿਵੇਂ ਕੁਝ ਕਹਿ ਸਕਦੀ ਆ? ਤੇ ਖਾਸ ਕਰਕੇ ਭਗਤ ਪ੍ਰਹਿਲਾਦ ਜੀ ਦੇ ਮਨ ਵਿੱਚ ਇਹ ਭਾਵ ਸੀ ਕਿ ਮੈਂ ਬਚ ਜਾਵਾਂ,
ਭਾਵ ਇਹ ਕਿ ਮੈਂ ਤਾਂ ਸਿਮਰਨ ਹੀ ਕਰਨਾ ਹੈ ਤੇ ਅੱਗ ਮੈਨੂੰ ਕੁਝ ਨਹੀਂ ਕਹਿ ਸਕਦੀ, ਤੇ ਉਹੀ ਸੱਚ ਹੋਇਆ। ਜਿਹੋ ਜਿਹੀ ਅਸੀਂ ਵਿਚਾਰ ਅੰਦਰ ਪ੍ਰਬਲ ਕਰਾਂਗੇ ਵੈਸਾ ਹੀ ਅਸੀਂ ਹੋ ਜਾਂਦੇ ਹਾਂ, ਵੈਸੀ ਗੁਰੂ ਕਿਰਪਾ ਕਰ ਦਿੰਦਾ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਤਾਂ ਸਾਡਾ ਅੰਦਰ ਇੰਨਾ ਭਰੋਸੇ ਦੇ ਨਾਲ ਭਰ ਦਿੰਦੀ ਹੈ, ਇੰਨੀ ਕੁ ਪੋਜ਼ਿਟਿਵਿਟੀ ਸਾਡੇ ਅੰਦਰ ਆ ਜਾਂਦੀ ਹੈ ਕਿ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਕੋਈ ਅਰਦਾਸ ਕਰੇ ਸਹੀ, ਜੇ ਉਹ ਪਾਠ ਕਰਕੇ ਅਰਦਾਸ ਕਰੇ ਤੇ ਦਰਗਾਹ ਦੇ ਵਿੱਚੋਂ ਸ਼ਕਤੀ ਆ ਕੇ ਤੇ ਉਹਦੇ ਸਾਹਮਣੇ ਖੜੀ ਹੋ ਜਾਂਦੀ ਹੈ ਕਿ ਦੱਸੋ ਕੀ ਚਾਹੀਦਾ ਹੈ। ਇਤਨੀ ਤਾਕਤ ਹੈ ਗੁਰੂ ਕੀ ਬਾਣੀ ਵਿੱਚ। ਪਰ ਭਰੋਸਾ ਇੰਨਾ ਹੋਵੇ ਬਾਣੀ ਕੀ ਕਹਿ ਰਹੀ ਹੈ ਸਾਨੂੰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਜੇ ਵੀ ਮੰਨ ਲੈ ਮੰਨ ਲੈ ਮੰਨ ਲੈ, ਰੱਬ ਕਿਤੇ ਨਹੀਂ ਜਾਂਦਾ, ਰੱਬ ਨਹੀਂ ਮਰਦਾ। ਤੂੰ ਥੋੜਾ ਬਹੁਤਾ ਤੇ ਭਰੋਸਾ ਕਰ, ਉਹ ਸਦਾ ਅਟਲ ਹੈ, ਸਦਾ ਸਥਿਰ ਹੈ, ਉਹ ਸਾਰਿਆਂ ਦਾ ਮਾਲਕ ਹੈ। ਤੂੰ ਉਹਦੀ ਵਡਿਆਈ ਕਰ, ਵਡਿਆਈ ਵੀ ਸਭ ਤੋਂ ਉੱਚੀ ਹੈ, ਰੱਬ ਤੋਂ ਵੱਡੀ ਉਹਦੀ ਵਡਿਆਈ ਹੈ। ਤੇ ਜੇਕਰ ਕੁਝ ਚਾਹੀਦਾ ਹੈ ਤੇ ਉਸ ਵਸਤੂ ਨੂੰ ਪ੍ਰਾਪਤੀ ਤੋਂ ਬਾਅਦ ਅੰਦਰ ਤੈਨੂੰ ਸਿਮਰਨ ਭਜਨ ਬੰਦਗੀ ਤੋਂ ਬਾਅਦ ਬ੍ਰਹਮ ਗਿਆਨ ਦੀ ਅਵਸਥਾ ਚਾਹੀਦੀ ਹੈ, ਤੇ ਫਿਰ ਗੁਰੂ ਕੇ ਸ਼ਬਦ ਤੋਂ ਬਿਨਾਂ ਦੁਨੀਆ 'ਚ ਕੋਈ ਤਾਕਤ ਨਹੀਂ ਹੈ ਜੋ ਤੈਨੂੰ ਸੁੱਖ ਦੇ ਸਕੇ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਪਰਮੇਸ਼ਵਰ ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਵੀ ਰਹੇਗਾ। ਆਉਣ ਵਾਲੇ ਸਮੇਂ ਵਿੱਚ ਇੰਜ ਨਹੀਂ ਹੈ ਕਿ ਉਹ ਮਰ ਜਾਏਗਾ। ਅਸੀਂ ਕਹਿ ਸਕਦੇ ਹਾਂ ਨਾ ਕਿ ਸਿਮਰਨ ਕਾਹਨੂੰ ਕਰਨਾ, ਜੇ ਅਸੀਂ ਸਿਮਰਨ ਕਰਦੇ ਰਹੇ 50 ਸਾਲ ਤੇ ਇੰਜ ਨਾ ਹੋਵੇ ਵੀ 2 ਸਾਲ ਬਾਅਦ ਕਿਤੇ ਰੱਬ ਐਕਸਪਾਇਰ ਹੀ ਨਾ ਹੋ ਜੇ, ਰੱਬ ਕਿਤੇ ਚੜ੍ਹਾਈ ਨਾ ਕਰ ਜੇ, ਬਾਅਦ 'ਚ ਰੱਬ ਨੂੰ ਲੱਭਦੇ ਫਿਰੀਏ ਤੇ ਸਾਨੂੰ ਪਤਾ ਲੱਗਣਾ 50 ਸਾਲ ਬਾਅਦ ਉਹ ਜਿਹੜਾ ਰੱਬ ਤੂੰ ਯਾਦ ਕਰਦਾ ਫਿਰਦਾ ਸੀ ਉਹ ਤਾਂ 48 ਸਾਲ ਪਹਿਲਾਂ ਹੀ ਮਰ ਗਿਆ। ਤੇ ਫਿਰ ਅਸੀਂ ਕਹਿਣਾ ਰੱਬ ਨੇ ਧੋਖਾ ਕਰਤਾ ਜੀ ਸਾਡੇ ਨਾਲ। ਸਾਡਾ ਹਾਲ ਕੁਛ ਐਸਾ ਹੀ ਆ ਜੀ। ਸੁਣਨ ਨੂੰ ਥੋੜ੍ਹਾ ਜਿਹਾ ਅਜੀਬ ਲੱਗਦਾ ਹੈ ਨਾ ਕਿ ਅਸੀਂ 50 ਸਾਲ ਤਪ ਕੀਤਾ, ਤਪੱਸਿਆ ਕੀਤੀ, 2 ਸਾਲ ਬਾਅਦ ਰੱਬ ਮਰ ਗਿਆ ਤੇ 48 ਸਾਲ ਅਸੀਂ ਕਹਿੰਦੇ ਐਵੇਂ ਹੀ ਗਏ। ਜੇ ਕਿਤੇ ਭਰੋਸਾ ਹੋਵੇ ਤੇ ਅਸੀਂ ਬੰਦਗੀ ਵਿੱਚ ਜੁੜ ਨਾ ਜਾਈਏ, ਅਸੀਂ ਬੰਦਗੀ ਦੇ ਵਿੱਚ ਸਵਾਸ ਨਾ ਲਾ ਦਈਏ। ਮਹਾਰਾਜ ਜੀ ਕਹਿੰਦੇ ਨੇ ਉਹ ਨਹੀਂ ਰੱਬ ਮਰਦਾ, ਕੋਈ ਗੱਲ ਨਹੀਂ, ਭਰੋਸਾ ਕਰ, ਨਹੀਂ ਮਰਦਾ, ਨਹੀਂ ਮਰਦਾ। ਹੈ ਭੀ ਹੋਸੀ, ਇਸਨੂੰ ਬੀ ਨਹੀਂ ਕਹਿਣਾ, ਹੈ ਭੀ ਜਿਹੜਾ ਭੱਬਾ ਸ਼ਬਦ ਹੈ ਇਸਨੂੰ ਕਲੀਅਰ ਪੜ੍ਹਨਾ ਹੈ। ਸਮਝਣ ਸਮਝਾਉਣ ਵਾਸਤੇ ਅਸੀਂ ਭੂਆ ਕਹਿੰਦੇ ਆ ਨਾ ਜੀ, ਭੂਆ ਜੀ, ਅਸੀਂ ਬੂਆ ਜੀ ਨਹੀਂ ਕਹਿੰਦੇ, ਭੂਆ ਜੀ ਕਹਿੰਦੇ ਆ। ਇਸੇ ਤਰ੍ਹਾਂ ਸਾਡੇ ਬੱਚੇ ਬੱਚੀਆਂ ਨਾ ਹੈ ਵੀ ਹੋਸੀ ਕਹਿ ਦਿੰਦੇ, ਬੀ ਇਹ ਹੈ ਇੱਥੇ ਵਿਸ਼ਰਾਮ ਹੈ, ਫਿਰ ਅੱਗੇ ਹੈ ਭੀ, ਫਿਰ ਵਿਸ਼ਰਾਮ, ਫਿਰ ਅੱਗੇ ਹੈ ਹੋਸੀ। ਇਹ 3 ਵਿਸ਼ਰਾਮ ਨੇ, ਹੈ ਤੇ ਵੀ ਵਿਸ਼ਰਾਮ, ਭੀ ਤੇ ਵੀ ਵਿਸ਼ਰਾਮ, ਹੋਸੀ ਤੇ ਵੀ ਵਿਸ਼ਰਾਮ। ਜਾਏ ਨਾ ਜਾਸੀ, ਪਰਮੇਸ਼ਵਰ ਪਹਿਲਾਂ ਵੀ ਸੀ, ਅੱਜ ਵੀ ਹੈ, ਅੱਗੇ ਵੀ ਹੋਏਗਾ। ਉਹ ਕਦੀ ਵੀ ਮਰੇਗਾ ਨਹੀਂ। ਰਚਨਾ ਜਿਨ ਰਚਾਈ, ਜਿਸ ਪਰਮੇਸ਼ਵਰ ਨੇ ਸਾਰੀ ਰਚਨਾ, ਸਾਰੀ ਕਾਇਨਾਤ ਦੀ ਸਿਰਜਣਾ ਕੀਤੀ ਹੈ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ। ਰੰਗੀ ਰੰਗੀ ਭਾਂਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਆਪ ਜੀ ਸਾਰੇ ਧਿਆਨ ਦਿਓ, ਜੇ ਅਸੀਂ ਕਹਾਂਗੇ ਨਾ ਰੰਗੀ ਰੰਗੀ ਭਾਂਤੀ ਤੇ ਇਹ ਕਲੀਅਰ ਹੋਏਗਾ, ਬਿੰਦੀ ਲੱਗੇਗੀ। ਜੇ ਅਸੀਂ ਭਾਤੀ ਕਹਾਂਗੇ ਉਹ ਭਾਤੀ ਬਣ ਜਾਂਦਾ ਹੈ ਚੌਲ, ਚਾਵਲ। ਮਹਾਰਾਜ ਜੀ ਫਰਮਾਉਂਦੇ ਨੇ ਰੰਗੀ ਰੰਗੀ ਭਾਂਤੀ, ਉਸ ਪਰਮੇਸ਼ਵਰ ਨੇ ਕਈ ਤਰ੍ਹਾਂ ਦੇ ਰੰਗ ਪੈਦਾ ਕੀਤੇ ਨੇ, ਕਈ ਕਿਸਮਾਂ ਦੇ ਵੱਖ-ਵੱਖ ਅਕਸ ਪੈਦਾ ਕੀਤੇ ਨੇ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ, ਪਹਿਲਾਂ ਭਾਂਤੀ ਤੇ ਵਿਸ਼ਰਾਮ, ਫਿਰ ਜਿਨਸੀ ਤੇ ਵਿਸ਼ਰਾਮ, ਫਿਰ ਅੱਗੇ ਸ਼ਬਦ ਵਰਤਿਆ। ਜਿਹੜੀ ਜਿਨਸੀ ਸ਼ਬਦ ਹੈ ਇਹਦਾ ਅਰਥ ਹੈ ਜਿਨਸ। ਜਿਨਸ
ਭਾਵ ਕਿ ਕਈ ਤਰ੍ਹਾਂ ਦੇ ਜੀਵ, ਕਈ ਕਿਸਮ ਦੇ ਜੀਵ ਪੈਦਾ ਕੀਤੇ। ਜਿਵੇਂ ਇੱਕ ਸੱਪ ਹੀ ਲਾ ਲਓ, ਸੱਪ ਦੀ ਕੋਈ ਇੱਕ ਪ੍ਰਜਾਤੀ ਤੇ ਹੈ ਨਹੀਂ, ਅਨੇਕਾਂ ਹੀ ਪ੍ਰਜਾਤੀਆਂ ਨੇ। ਅਸੀਂ ਇਸ ਨੂੰ ਸ਼ਬਦ ਵਰਤਦੇ ਹਾਂ ਕਿ ਜਿਹੜੇ ਸੱਪ ਨੇ ਇਹਨਾਂ ਦੀਆਂ ਬੜੀਆਂ ਜਿਨਸਾਂ ਨੇ, ਇਹਨਾਂ ਦੀਆਂ ਬੜੀਆਂ ਕਿਸਮਾਂ ਨੇ। ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਪਰਮੇਸ਼ਵਰ ਨੇ ਵੱਖ-ਵੱਖ ਤਰ੍ਹਾਂ ਦੀ ਮਾਇਆ ਦਾ ਸਿਰਜਣਾ ਕੀਤਾ। ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਤੇ ਕਮਾਲ ਦੀ ਗੱਲ ਇਹ ਹੈ ਕਿ ਉਹ ਜਿਵੇਂ ਪਰਮੇਸ਼ਵਰ ਨੇ ਸਾਰਾ ਕੁਝ ਸਿਰਜਿਆ ਹੈ, ਪਰਮੇਸ਼ਵਰ ਨੇ ਆਪਣੇ ਹੁਕਮ ਦੇ ਵਿੱਚ ਜੋ ਕੁਝ ਵੀ ਸ੍ਰਿਸ਼ਟੀ ਦੇ ਵਿੱਚ ਹੋਂਦ ਵਿੱਚ ਲਿਆਂਦਾ, ਸਾਰਿਆਂ ਦੀ ਸਾਂਭ ਸੰਭਾਲ ਆਪ ਹੀ ਕਰਦਾ ਪਿਆ। ਹੁਣ ਅਸੀਂ ਕਹਾਂਗੇ ਸਾਡੀ ਤੇ ਸਾਂਭ ਸੰਭਾਲ ਪਰਮਾਤਮਾ ਕਰਦਾ ਨਹੀਂ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਵਾਸ ਕੌਣ ਦੇ ਰਿਹਾ ਹੈ? ਸਵਾਸ ਦੱਸ ਕੌਣ ਦੇ ਰਿਹਾ ਹੈ? ਤੇਰਾ ਜੋ ਦਿਲ ਪੰਪ ਕਰਦਾ ਪਿਆ ਹੈ, ਜੋ ਹਾਰਟ ਹੈ ਤੇਰਾ, ਇਹ ਪੰਪ ਕਰਦਾ ਰਹਿੰਦਾ, ਕੌਣ ਕਰਾ ਰਿਹਾ ਹੈ? ਤੂੰ ਮੂੰਹ ਵਿੱਚ ਹੱਥ ਪਾ ਕੇ ਤੇ ਦਿਲ ਨੂੰ ਫੜ ਕੇ ਪੰਪ ਥੋੜਾ ਕਰਦਾ ਹੈ। ਤੇਰੇ ਪੈਰਾਂ ਦਾ ਬਲੱਡ ਦਾ ਫਲੋ ਉੱਪਰ ਨੂੰ ਜਾ ਰਿਹਾ, ਉੱਪਰ ਦਾ ਫਲੋ ਥੱਲੇ ਆ ਰਿਹਾ, ਕੌਣ ਕਰ ਰਿਹਾ? ਉਹ ਪਰਮੇਸ਼ਵਰ ਹੀ ਕਰ ਰਿਹਾ ਸਾਰਾ ਕੁਝ। ਹੁਣ ਜੇ ਤੂੰ ਧਰਤੀ ਤੇ ਤੁਰਨ ਲੱਗਿਆ, ਤੂੰ ਇਹ ਸੋਚੇ ਨਾ ਕਿ ਗ੍ਰੈਵਿਟੀ ਮੇਰੇ ਕੋਲ ਹੈ ਨਹੀਂ, ਜੇ ਮੈਂ ਤੁਰਿਆ ਮੇਰੇ ਕੋਲ ਤੁਰਿਆ ਹੀ ਨਹੀਂ ਆਣਾ, ਤੇ ਗ੍ਰੈਵਿਟੀ ਕਿਤੋਂ ਜਾ ਕੇ ਲੈ ਕੇ ਆਵਾਂ ਕਿ ਮੈਂ ਜਿੱਥੇ ਜਿੱਥੇ ਪੈਰ ਧਰਾਂ ਉੱਥੇ ਉੱਥੇ ਮੇਰੇ ਪੈਰ ਦੀ ਪਕੜ ਚੰਗੀ ਤਰ੍ਹਾਂ ਆਵੇ, ਚੰਗੀ ਤਰ੍ਹਾਂ ਬਣੇ। ਅਸੀਂ ਸੂਖਸ਼ਮ ਰੂਪ ਦੇ ਵਿੱਚ ਦੇਖੀਏ ਤੇ ਅਸੀਂ ਸਭ ਤੋਂ ਵੱਡੇ ਕਰਜ਼ਾਈ ਹਾਂ ਪਰਮੇਸ਼ਵਰ ਦੇ। ਸੂਖਸ਼ਮ ਰੂਪ ਵਿੱਚ ਦੇਖੀਏ ਤਾਂ ਮਹਾਰਾਜ ਜੀ ਕਹਿੰਦੇ ਨੇ ਪਰਮੇਸ਼ਵਰ ਨੇ ਆਪ ਹੀ ਪੈਦਾ ਕੀਤਾ ਹੈ, ਆਪਣੇ ਹੁਕਮ ਵਿੱਚ ਪੈਦਾ ਕੀਤਾ ਹੈ, ਤੇ ਪਰਮੇਸ਼ਵਰ ਹੀ ਸਾਰਿਆਂ ਦੀ ਸਾਂਭ ਸੰਭਾਲ ਕਰੀ ਜਾਂਦਾ ਹੈ। ਇਹੀ ਉਸ ਦੀ ਸਭ ਤੋਂ ਵੱਡੀ ਵਡਿਆਈ ਹੈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਇਸ ਕਰਕੇ ਜੋ ਅਕਾਲ ਪੁਰਖ ਨੂੰ ਚੰਗਾ ਲੱਗਦਾ ਹੈ, ਪਰਮੇਸ਼ਵਰ ਜੀ ਨੂੰ ਭਾਉਂਦਾ ਹੈ, ਪਰਮੇਸ਼ਵਰ ਜੀ ਉਹੀ ਕਰਦੇ ਨੇ। ਕਿਸੇ ਕੋਲੋਂ ਪੁੱਛਦੇ ਨਹੀਂ ਕਿ ਦੱਸੋ ਜੀ ਮੈਂ ਹੁਣ ਸਰਦੀ ਲੈ ਆਵਾਂ ਕਿ ਨਾ, ਦੱਸੋ ਮੈਂ ਕੀ ਕਰਾਂ ਹੁਣ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਉਸ ਦੀ ਬੜੀ ਵੱਡੀ ਵਡਿਆਈ ਹੈ। ਕਿਸੇ ਨੂੰ ਪੁੱਛਦਾ ਨਹੀਂ, ਕਿਸੇ ਨਾਲ ਪਾਰਸ਼ੈਲਿਟੀ ਨਹੀਂ ਕਰਦਾ, ਕਿਸੇ ਕੋਲੋਂ ਸਲਾਹ ਨਹੀਂ ਲੈਂਦਾ, ਕਿਉਂਕਿ ਉਸ ਤੋਂ ਵੱਡਾ ਕੋਈ ਹੈ ਹੀ ਨਹੀਂ। ਮਹਾਰਾਜ ਜੀ ਬਚਨ ਕਰਦੇ ਨੇ ਜੋ ਤਿਸ ਭਾਵ ਹੈ, ਇਹਨੂੰ ਭਾਵੇ ਨਹੀਂ ਕਹਿਣਾ, ਭਾਵ ਹੈ ਜੋ ਉਸ ਨੂੰ ਚੰਗਾ ਲੱਗਦਾ ਸੋਈ ਕਰਸੀ, ਉਹੀ ਕਰਦਾ। ਹੁਕਮ ਨਾ ਕਰਨਾ ਜਾਈ, ਪਰਮਾਤਮਾ ਦੇ ਅੱਗੇ ਕੋਈ ਵੀ ਹੁਕਮ ਨਹੀਂ ਚਲਾ ਸਕਦਾ। ਇਸ ਕਰਕੇ ਜੇ ਅਸੀਂ ਦੇਖੀਏ ਨਾ ਧਿਆਨ ਨਾਲ, ਪਰ ਇੱਕ ਦੁਨੀਆ ਦੇ ਸ਼ਖਸੀਅਤ ਹੈ ਜੋ ਪਰਮਾਤਮਾ ਦੇ ਅੱਗੇ ਹੁਕਮ ਚਲਾ ਸਕਦਾ ਹੈ। ਇੱਕ ਸ਼ਖਸੀਅਤ ਹੈ ਜੋ ਚਲਾ ਸਕਦੀ ਹੈ ਆਪਣੇ ਹੁਕਮ ਦੀ ਜੋ ਤਰਜ਼ੇ ਸ਼ੈਲੀ ਹੈ। ਉਹ ਕੌਣ? ਉਹ ਨੇ ਭਗਤ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਭਗਤ ਧੰਨਾ ਜੀ ਕਹਿਣ ਲੱਗੇ ਤੂੰ ਖਾਏਗਾ ਤੇ ਮੈਂ ਖਾਵਾਂਗਾ, ਜੇ ਤੂੰ ਨਹੀਂ ਖਾਵੇਂਗਾ ਤੇ ਮੈਂ ਵੀ ਨਹੀਂ ਖਾਣਾ। ਜੱਟ ਦੀ ਜ਼ਬਾਨ ਆ, ਪਰ ਅਸਲ ਵਿੱਚ ਭਗਤ ਦੀ ਜ਼ਬਾਨ ਆ। ਜੱਟ ਦੀ ਜ਼ਬਾਨ ਆਵੇਂਗਾ ਤੇ ਖਾਵੇਂਗਾ, ਆਵੇਂਗਾ ਤੇ ਫਿਰ ਖਾਵਾਂਗਾ। ਤੇ ਦੇਖੋ ਜੀ ਪਰਮਾਤਮਾ ਜੀ ਨੂੰ ਆਉਣਾ ਪਿਆ ਤੇ ਫਿਰ ਭਗਤ ਧੰਨਾ ਜੀ ਕਹਿੰਦੇ ਨੇ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ ਤੇ ਹੁਣ ਇੱਕ ਕੰਮ ਕਰ, ਮੇਰਾ ਸਿਰ ਪੀੜ ਹੁੰਦਾ ਪਿਆ ਤੇ ਮੇਰਾ ਸਿਰ ਵੀ ਘੁੱਟ ਦੇ, ਪੈਰ ਪੀੜ ਹੁੰਦੇ ਪਏ ਨੇ ਪੈਰ ਵੀ ਘੁੱਟ ਦੇ। ਤੇ ਨਾਲ ਹੀ ਹੱਥ ਪੈਰ ਘੁੱਟਿਆ, ਸਾਰਾ ਕੁਛ ਸੇਵਾ ਕੀਤੀ ਭਗਤ ਧੰਨੇ ਨੇ ਆਪਣੀ ਆਪੇ ਕਰਾਈ। ਫਿਰ ਆਖਿਆ ਵਿਹਲਾ ਕੋ ਬੈਠਾ, ਜਾ ਕੇ ਆਟਾ ਗੁੰਨ, ਘਰ ਵਾਲੀ ਬਿਮਾਰ ਆ ਤੇ ਲਿਆ ਤੇਰੇ ਹੱਥ ਦਾ ਅੱਜ ਪ੍ਰਸ਼ਾਦਾ ਛਕੀਏ। ਤੇ ਫਿਰ ਜਦੋਂ ਪ੍ਰਸ਼ਾਦਾ ਤਿਆਰ ਕੀਤਾ ਆਖਿਆ ਕਿ ਲੱਗਦਾ ਹੈ ਕਿ ਤੂੰ ਕਰਦਾ ਕੁਝ ਨਹੀਂ, ਤੇਰੇ ਹੱਥ ਤੇ ਲਿਬੜੇ ਨਹੀਂ। ਤੇ ਅੱਗੋਂ ਕਹਿੰਦੇ ਨੇ ਰੱਬ ਕਹਿਣ ਲੱਗਾ ਕਿ ਧੰਨਿਆ ਅਸਲ 'ਚ ਨਾ ਮੈਂ ਹੱਥ ਧੋ ਕੇ ਆਇਆ ਆ, ਤੂੰ ਜਦੋਂ ਆਟਾ ਗੁੰਨਦਾ ਆ ਤੇ ਤੂੰ ਲਿਬੜੇ ਹੱਥਾਂ ਨਾਲ ਹੀ ਤੂੰ ਤੁਰਿਆ ਫਿਰਦਾ ਆ। ਭਗਤ ਧੰਨਾ ਜੀ ਕਹਿਣ ਲੱਗੇ ਅੱਛਾ
ਤੇ ਫਿਰ ਹੁਣ ਕਹਿੰਦਾ ਮੈਂ ਥੱਕ ਗਿਆ, ਮੈਂ ਲੰਮੇ ਪੈਣ ਲੱਗਾ। ਕਹਿੰਦੇ ਜੱਟ ਕੋਲ ਰਹਿਣਾ ਤੇ ਆਰਾਮ ਕਰਨਾ, ਚੱਲ ਮੈਂ ਆਰਾਮ ਕਰਦਾ, ਤੂੰ ਨਿਕਲ ਇੱਥੋਂ ਠਾਕਰਾ, ਜਾ ਕੇ ਜੋ ਹਲ ਹੈ ਉਹ ਜੋ ਬੋਲਦਾ ਨੂੰ ਅੱਗੇ ਲਾ, ਆਪਾਂ ਜਾ ਖੇਤੀਬਾੜੀ ਵੀ ਕਰਨੀ ਹੈ। ਪਰਮਾਤਮਾ ਕਿਸੇ ਦੀ ਵੀ ਨਹੀਂ ਮੰਨਦਾ, ਪਰ ਭਗਤ ਹੀ ਐਸੇ ਪਿਆਰੇ ਪੁੱਤਰ ਹਨ ਜਿਨ੍ਹਾਂ ਦੀ ਪਰਮਾਤਮਾ ਕਦੀ ਮੋੜਦਾ ਹੀ ਨਹੀਂ। ਤੇ ਭਗਤ ਕੌਣ ਨੇ? ਜਿਨ੍ਹਾਂ ਦਾ ਸੰਸਾਰ ਤੇ ਜਨਮ ਹੋਇਆ ਹੈ, ਜੋ ਵੀ ਭਗਤੀ ਦੇ ਵਿੱਚ ਬਹਿ ਗਿਆ, ਬਸ ਉਹੀ ਭਗਤ ਹੈ ਜੀ। ਭਗਤ ਦਾ ਅਰਥ ਪਤਾ ਕੀ ਹੈ ਜੀ? ਭਗਤ ਦਾ ਅਰਥ ਹੈ ਜਿਸ ਦੇ ਅੰਦਰ ਭਾਵਨਾ ਪ੍ਰਧਾਨ ਹੋ ਜਾਏ, ਜਿਸ ਅੰਦਰ ਸ਼ਰਧਾ ਪ੍ਰਧਾਨ ਹੋ ਜਾਏ, ਜਿਸ ਅੰਦਰ ਪੂਰਨ ਭਰੋਸਾ ਪ੍ਰਧਾਨ ਹੋ ਜਾਏ ਕਿ ਮੇਰੇ ਗੁਰੂ ਦਾ ਬਚਨ ਹੈ, ਬਸ ਹੋਰ ਮੈਨੂੰ ਪ੍ਰਮਾਣਾਂ ਦੀ ਲੋੜ ਨਹੀਂ, ਆਪਾਂ ਅੱਜ ਤੋਂ ਹੀ ਬੰਦਗੀ ਸ਼ੁਰੂ ਕਰ ਦੇਣੀ। ਆਓ ਅੰਤਲੀ ਪੰਕਤੀ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ, ਨਾਨਕ ਰਹਿਣ ਰਜਾਈ। ਇਸ ਕਰਕੇ ਪਰਮੇਸ਼ਵਰ ਪਾਤਸ਼ਾਹ ਹੈ। ਤੇ ਫਿਰ ਮਹਾਰਾਜ ਜੀ ਨੇ ਭਜਨ ਕੀਤਾ, ਸਾਹਾ ਪਾਤ ਸਾਹਿਬ, ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਨਾਨਕ ਰਹਿਣ ਰਜਾਈ। ਇਸ ਕਰਕੇ ਸਾਨੂੰ ਪਰਮੇਸ਼ਵਰ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ, ਹੁਕਮ ਵਿੱਚ ਹੀ ਰਹਿਣਾ ਚਾਹੀਦਾ ਹੈ। ਤੇ ਹੁਕਮ ਕੀ ਹੈ ਪਰਮਾਤਮਾ ਦਾ? ਪਰਮਾਤਮਾ ਦਾ ਹੁਕਮ ਹੈ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਣ ਕਰ ਪ੍ਰਗਟ ਆਖ ਸੁਣਾਇਆ। ਪਰਮਾਤਮਾ ਦੀ ਰਜ਼ਾ, ਪਰਮਾਤਮਾ ਦਾ ਹੁਕਮ ਹੈ, ਪੂਰੇ ਗੁਰੂ ਨੂੰ ਧਾਰਨ ਕਰ। ਪੂਰੇ ਗੁਰੂ ਨੂੰ ਧਾਰਨ ਕਰਨ ਤੋਂ ਬਾਅਦ ਪੂਰੇ ਗੁਰੂ ਦਾ ਹੁਕਮ ਮੰਨ। ਪੂਰੇ ਗੁਰੂ ਦੇ ਹੁਕਮ ਨੂੰ ਮੰਨਣ ਤੋਂ ਬਾਅਦ ਫਿਰ ਪਰਮਾਤਮਾ ਦੀ ਰਜ਼ਾ ਵਿੱਚ ਤੂੰ ਰਾਜ਼ੀ ਰਹਿਣ ਵਾਲੀ ਉਹ ਮਹਾਨ ਅਵਸਥਾ ਨੂੰ ਪ੍ਰਾਪਤ ਕਰੇਗਾ। ਸੱਚੇ ਪਾਤਸ਼ਾਹ ਜੀ ਭਲੀ ਕਰਨ ਜੀ, ਸਾਡੇ ਅੰਦਰ ਐਸਾ ਪ੍ਰੇਮ, ਐਸਾ ਉਤਸ਼ਾਹ, ਐਸਾ ਉਮਾ ਪੈਦਾ ਹੋਵੇ। ਦਾਸ ਬੇਨਤੀ ਕਰੇ ਜੀ, ਦਾਸ ਦੇ ਹਿਰਦੇ ਵਿੱਚ ਸੀ ਕਿ 40 ਕੁ ਮਿੰਟ ਹੀ ਅਸੀਂ ਕਰਾਂਗੇ ਆਪਸ ਵਿੱਚ ਵਿਚਾਰ, ਪਰ ਫਿਰ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਪਤਾ ਨਹੀਂ ਕੀ ਗੱਲ, ਗੁਰੂ ਦੀ ਸਿਫਤ ਸਲਾਹ ਕਰਦੇ ਕਰਦੇ ਸਮਾਂ ਖਤਮ ਹੀ ਹੋ ਜਾਂਦਾ ਹੈ। ਵਾਹਿਗੁਰੂ ਵਾਹਿਗੁਰੂ। ਤੇ ਆਪਾਂ ਕੱਲ ਤੋਂ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ 1-1, 2-2 ਅੰਗ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਅਸੀਂ ਕਥਾ ਕਰਨ ਦੀ ਕੋਸ਼ਿਸ਼ ਕਰਾਂਗੇ। ਨਿਮਾਣੀ ਕੋਸ਼ਿਸ਼। ਭੁੱਲਾਂ ਚੁੱਕਾਂ ਦੀ ਖਿਮਾ ਜੀ ਸਮੂਹ ਸੰਗਤ ਬਖਸ਼ ਲਿਓ। ਆਓ ਪਹਿਲਾਂ, ਸਭ ਤੋਂ ਪਹਿਲਾਂ ਆਪਾਂ ਗੁਰਮੰਤਰ ਕਰੀਏ ਜੀ। ਵਾਹਿਗੁਰੂ ਭੁੱਲਾਂ ਚੁੱਕਾਂ ਦੀ ਖਿਮਾ ਜੀ ਸਮੂਹ ਸੰਗਤ ਬਖਸ਼ ਲਿਓ। ਆਓ
ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਵਾਹਿਗੁਰੂ। ਸੋ ਪਾਤਿਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।